ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਸਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੈਰੋਂ ਮਹੱਲਾ ਤੀਜਾ। ਕਲਮ ਹੈ ਪ੍ਰੇਤਾ ਜਿਨੀ ਰਾਮ ਨਾ ਬਛਤਾ। ਸਤ ਜੁਗ ਪਰਮਹੰਸ ਵਿਚਾਰੀ। ਦੁਆਪਰ ਤ੍ਰੇਤੈ ਮਾਨਸ ਵਰਤਹ। ਵਿਰਲ ਹਉਮੈ ਮਾਰੀ। ਕਲਮ ਹੈ ਪ੍ਰੇਤਾ ਜਿਨੀ ਰਾਮ ਨਾ ਬਛਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗੀ ਅਟਲ ਸ਼ਬਦਾ ਅਵਤਾਰ। ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੈਰੋਂ ਮਹੱਲਾ ਤੀਜਾ।
ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹਿ ਬਣ ਆਵੈ। ਤੀਜੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਭੈਰੋ ਰਾਗ ਦੇ ਵਿੱਚ ਸ਼ੁਭ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਨੇ। ਕਲਮਹਿ ਪ੍ਰੀਤਾ ਜਿਨੀ ਰਾਮ ਨਾ ਬਛਤਾ। ਮਹਾਰਾਜ ਸਾਹਿਬ ਫਰਮਾਉਂਦੇ ਨੇ ਕਿ ਹੇ ਭਾਈ, ਇਸ ਕਲਯੁਗ ਦੇ ਵਿੱਚ ਉਹ ਪੁਰਖ ਭੂਤਾਂ ਦੀ ਤਰ੍ਹਾਂ ਹਨ ਜਿਨ੍ਹਾਂ ਨੇ ਪਰਮਾਤਮਾ ਨੂੰ ਪਹਿਚਾਨਣਾ ਨਹੀਂ ਕੀਤਾ। ਪੁੱਤ ਜਨੂਰਾ, ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ। ਪੁੱਤ ਵੀ ਜਿਨ ਹੈ, ਧੀ ਵੀ ਜਿਨ ਹੈ, ਜਿਨ੍ਹਾਂ ਦੀ ਠਾਣੇਦਾਰ ਜੋਰੂ ਇਸਤਰੀ ਹੈ। ਕਬੀਰ ਜਾ ਕਰ ਸਾਧਨ ਸੇਵੀਆ ਹੈ, ਹਰ ਕੀ ਸੇਵਾ ਨਾਹੀਂ। ਤੇ ਘਰ ਮਰਹਟ ਸਾਰਖੇ, ਭੂਤ ਬਸੈ ਤਿਨ ਮਾਹੇ। ਧੰਨ ਭਗਤ ਕਬੀਰ ਸਾਹਿਬ ਜੀ ਦਾ ਫਰਮਾਨ ਹੈ ਕਿ ਉਹ ਜਿਹੜੇ ਘਰ ਨੇ ਮੜੀਆਂ ਮਸਾਣਾਂ ਦੀ ਤਰ੍ਹਾਂ ਹਨ, ਜਿਨ੍ਹਾਂ ਘਰਾਂ ਦੇ ਵਿੱਚ ਸਾਧ ਸ੍ਰੇਸ਼ਟ ਸਤਿਗੁਰਾਂ ਦੀ ਸੇਵਾ ਨਹੀਂ ਹੁੰਦੀ, ਸੇਵਨ ਨਹੀਂ ਹੁੰਦਾ, ਸਿਮਰਨ ਨਹੀਂ ਹੁੰਦਾ। ਪਰ ਉਹਨਾਂ ਦੇ ਵਿੱਚ ਰਹਿਣ ਵਾਲੇ ਜਿਉਂਦੇ ਹੀ ਭੂਤਾਂ ਪ੍ਰੇਤਾਂ ਦੀ ਤਰ੍ਹਾਂ ਹਨ। ਇਹ ਕਲਯੁਗ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਵਿਕਾਰ ਆਦਿਕਾਂ ਦੇ ਵਿੱਚ ਗ੍ਰਸੇ ਹੋਏ ਜੀਵ ਗੁਰੂ ਤੋਂ ਬੇਮੁਖ ਪਰਮਾਤਮਾ ਨੂੰ ਜਿਨ੍ਹਾਂ ਨੇ ਪਹਿਚਾਣਿਆ ਨਹੀਂ, ਵਾਹਿਗੁਰੂ ਜੀ ਦਾ ਨਾਮ ਨਹੀਂ ਜਪਿਆ, ਉਹ ਜਿਉਂਦੇ ਭੂਤਰਿਆਂ ਦੀ ਤਰ੍ਹਾਂ ਹਨ। ਸਤ ਜੁਗਾ ਪਰਮਹੰਸ ਵਿਚਾਰੇ। ਸਤਿਯੁਗ ਵਿੱਚ ਜ਼ਿਆਦਾਤਰ ਆਤਮਿਕ ਸਰੂਪ ਦੀ ਵਿਚਾਰ ਵਾਲੇ ਪਰਮਹੰਸ, ਤਤ ਮਿਥਿਆ ਦਾ ਵਿਵੇਚਨ ਵਾਲੇ ਤਤ ਬੇਤੇ ਸਨ। ਦੁਆਪਰ ਤ੍ਰੇਤਾ ਮਾਨਸ ਵਰਤਾ ਹੈ। ਦੁਆਪਰ ਅਤੇ ਤ੍ਰੇਤੇ ਯੁੱਗ ਵਿੱਚ ਵੀ ਜੋ ਮਨੁੱਖ ਵਰਤਦੇ ਸਨ ਜਾਂ ਜਿਹੜੇ ਮਾਨਸ ਮਾਣ ਦੇ ਸਹਿਤ ਵਰਤਦੇ ਸਨ, ਵਿਰਲੇ ਹਉਮੈ ਮਾਰੇ। ਉਹਨਾਂ ਵਿੱਚੋਂ ਕਿਸੇ ਟਾਮੇ ਡਾਮੇ ਨੇ ਹੀ ਹੰਗਤਾ ਮਮਤਾ ਮਾਰਨਾ ਕੀਤੀ ਸੀ। ਕਲਮ ਹੈ ਰਾਮ ਨਾਮ ਵਡਿਆਈ। ਭਾਈ, ਇਸ ਕਲਯੁਗ ਵਿੱਚ ਪਰਮਾਤਮਾ ਦੇ ਨਾਮ ਸਿਮਰਨ ਦੀ ਹੀ ਸ਼ੋਭਾ ਹੈ। ਜੋਗ ਜਗ ਗੁਰਮੁਖ ਏਕੋ ਜਾਤਾ। ਜੁਗਾਂ ਜੁਗਾਂ ਦੇ ਅੰਦਰ ਜਾਂ ਚੌਹਾਂ ਸਾਧਨਾਂ ਦੇ ਸੰਯੁਕਤ ਹੋ ਕੇ ਗੁਰਮੁਖਾਂ ਨੇ ਅਦੁੱਤੀ ਬ੍ਰਹਮ ਨੂੰ ਹੀ ਜਾਣਨਾ ਕੀਤਾ ਹੈ। ਵੀਣ ਨਾਵੈ ਮੁਕਤ ਨ ਪਾਈ। ਅਤੇ ਐਸਾ ਨਿਸ਼ਚੈ ਕੀਤਾ ਹੈ ਕਿ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਕਿਸੇ ਨੇ ਵੀ ਮੁਕਤੀ ਨਹੀਂ ਪਾਈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਹਨ। ਹਿਰਦੈ ਨਾਮ ਲਖੈ ਜਨ ਸਾਚਾ। ਉਹ ਪੁਰਖ ਸੱਚੇ ਪਰਮਾਤਮਾ ਨੂੰ ਜਾਣ ਲੈਂਦਾ ਹੈ ਜਿਸ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਿਆ ਹੈ। ਗੁਰਮੁਖ ਮਨ ਵਸਾਈ। ਅਤੇ ਉਸਨੇ ਮੁਖੀ ਗੁਰਾਂ ਦੁਆਰਾ ਹਰੀ ਦੀ ਭਗਤੀ ਆਪਣੇ ਮਨ ਅੰਤःਕਰਨ ਵਿੱਚ ਵਸਾਈ ਹੈ। ਆਪ ਤਾਰੇ ਸੰਗਲੀ ਕੁਲ ਤਾਰੇ। ਉਹ ਸੰਸਾਰ ਸਮੁੰਦਰ ਤੋਂ ਆਪ ਹੀ ਤਰ ਗਏ ਨੇ ਅਤੇ ਆਪਣੀਆਂ
ਸੰਪੂਰਨ ਕੁਲਾਂ ਨੂੰ ਵੀ ਤਾਰ ਲੈਂਦੇ ਹਨ। ਜਿਨਨੀ ਰਾਮ ਨਾਮ ਲਿਵ ਲਾਈ, ਜਿਨ੍ਹਾਂ ਨੇ ਵੀ ਰਾਮ ਪਰਮਾਤਮਾ ਦੇ ਨਾਮ ਦੇ ਵਿੱਚ ਆਪਣੀ ਬਿਰਤੀ ਲਾਈ ਹੈ। ਮੇਰਾ ਪ੍ਰਭ ਹੈ ਗੁਣ ਕਾ ਦਾਤਾ, ਇਹ ਭਾਈ ਮੇਰਾ ਪਰਮਾਤਮਾ ਸਾਰੇ ਗੁਣਾਂ ਦਾ ਦਾਤਾ ਹੈ। ਅਵਗਣ ਸ਼ਬਦ ਜਲਾਏ, ਜੋ ਗੁਰਾਂ ਦੇ ਉਪਦੇਸ਼ ਦੁਆਰਾ ਜਗਿਆਸੂ ਦੇ ਹਿਰਦੇ ਅੰਦਰ ਗੁਨਾਹਾਂ ਨੂੰ ਨਾਮ ਅਭਿਆਸ ਰੂਪ ਅੱਗ ਦੇ ਨਾਲ ਸਾੜ ਦਿੰਦਾ ਹੈ। ਜਿਨ ਮਨ ਵਸਿਆ ਸੇ ਜਨ ਸੋਹੇ, ਜਿਨ੍ਹਾਂ ਦੇ ਮਨ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ ਹੈ, ਸੇ ਉਹ ਜਨ ਪੁਰਖ ਲੋਕ ਪਰਲੋਕ ਦੇ ਵਿੱਚ ਸ਼ੋਭਨੀਕ ਹੋਏ ਹਨ। ਹਿਰਦੈ ਨਾਮ ਵਸਾਏ, ਕਿਉਂਕਿ ਉਹਨਾਂ ਨੇ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਾਉਣਾ ਕੀਤਾ ਹੈ। ਘਰ ਦਰ ਮਹਲ ਸਤਿਗੁਰੂ ਦਿਖਾਇਆ, ਸਤਿਗੁਰੂ ਸਾਹਿਬ ਜੀ ਨੇ ਜਿਨ੍ਹਾਂ ਨੂੰ ਸਾਰੇ ਘਰਾਂ ਅਤੇ ਦਰਾਂ ਵਿੱਚੋਂ ਪਰਮਾਤਮਾ ਦਾ ਸਰੂਪ ਪ੍ਰਗਟ ਕਰਕੇ ਵਿਖਾ ਦਿੱਤਾ ਹੈ। ਇਸੇ ਪ੍ਰਕਾਰ ਘਰ ਦਰ ਮਹਲ ਸਤਿਗੁਰੂ ਦਿਖਾਇਆ, ਸਰੀਰ ਰੂਪੀ ਘਰ ਤੇ ਇੰਦਰੀਆਂ ਰੂਪੀ ਦਰ ਦੇ ਅੰਦਰ ਤੁਰਿਆ ਪਦ ਰੂਪੀ ਮਹਲ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਦਿਖਾ ਦਿੱਤਾ ਹੈ। ਇਸੇ ਪ੍ਰਕਾਰ ਘਰ ਦਰ ਮਹਲ ਸਤਿਗੁਰੂ ਦਿਖਾਇਆ, ਸਾਧ ਸੰਗਤ ਰੂਪੀ ਦਰ ਅਤੇ ਸੰਸਾਰ ਰੂਪੀ ਘਰ ਅੰਦਰ ਪ੍ਰਭੂ ਦਾ ਸਰੂਪ ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਵਿਖਾ ਦਿੱਤਾ ਹੈ। ਇਸੇ ਪ੍ਰਕਾਰ ਘਰ ਦਰ ਮਹਲ ਸਤਿਗੁਰੂ ਦਿਖਾਇਆ, ਜੋ ਸਤ ਸੰਗਤ ਰੂਪੀ ਦਰ ਦੇ ਵਿੱਚ ਮਿਲੇ ਹਨ, ਉਹਨਾਂ ਦੇ ਤਾਈਂ ਘਰ ਹਿਰਦੇ ਦੇ ਅੰਦਰ ਹੀ ਸਤਿਗੁਰਾਂ ਨੇ ਸਤ ਸਰੂਪ ਵਿਖਾ ਦਿੱਤਾ ਹੈ। ਰੰਗ ਸਰਲੀਆਂ ਮਾਣ, ਅਤੇ ਉਹ ਪ੍ਰਭੂ ਦੇ ਰੰਗ ਪ੍ਰੇਮ ਦੇ ਨਾਲ ਪ੍ਰੇਮ ਦੇ ਸਹਿਤ ਆਤਮਕ ਆਨੰਦ ਦੀਆਂ ਰਲੀਆਂ ਖੁਸ਼ੀਆਂ ਮਾਣਦੇ ਹਨ। ਜੋ ਕਿਸ ਕਹੈ ਸੋ ਭਲਾ ਕਰ ਮਨ, ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਪਰਮਾਤਮਾ ਜੋ ਕੁਝ ਵੀ ਕਹਿੰਦਾ ਹੁਕਮ ਕਰਦਾ ਹੈ, ਉਹ ਪੁਰਖ ਉਹੀ ਜੋ ਕਿਛ ਕਰੇ ਸੋ ਭਲਾ ਕਰ ਮਾਨੀਐ, ਹਿਕਮਤ ਹੁਕਮ ਚੁਕਾਈਐ, ਚੰਗਾ ਕਰਕੇ ਮੰਨਦੇ ਹਨ। ਨਾਨਕ ਨਾਮ ਵਖਾਣੈ, ਅਤੇ ਪਰਮਾਤਮਾ ਦੇ ਨਾਮ ਦਾ ਹੀ ਕਥਨ ਕਰਦੇ, ਭਾਵ ਨਾਮ ਹੀ ਜਪਦੇ ਅਤੇ ਜਪਾਉਂਦੇ ਰਹਿੰਦੇ ਹਨ। ਪੈਰੋ ਮਹੱਲਾ ਤੀਜਾ, ਤੀਜੇ ਪਾਤਸ਼ਾਹ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਭੈਰੋਂ ਰਾਗ ਵਿੱਚ ਸ਼ੋਭਾਮਣ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ। ਮਨ ਸਾ ਮਨ ਹੈ ਸਮਾਏਲ, ਇਹ ਭਾਈ ਗੁਰ ਸ਼ਬਦੀ ਵਿਚਾਰ, ਗੁਰਾਂ ਦੇ ਉਪਦੇਸ਼ ਦੀ ਵਿਚਾਰ ਕਰਕੇ ਆਪਣੀਆਂ ਮਨ ਦੀਆਂ ਵਾਸ਼ਨਾਵਾਂ ਨੂੰ ਆਪਣੇ ਮਨ ਦੇ ਵਿੱਚ ਹੀ ਲੀਨ ਕਰ ਲੈ। ਗੁਰ ਪੂਰੇ ਤੇ ਸੂਝੀ ਪਾਵੈ, ਕਿਉਂਕਿ ਜਿਸ ਨੂੰ ਪੂਰਨ ਗੁਰੂ ਤੋਂ ਸ਼ਬਦ ਦੁਆਰਾ ਆਤਮਿਕ ਜੀਵਨ ਦੀ ਸਮਝ ਪੈ ਜਾਂਦੀ ਹੈ। ਫਿਰ ਮਾਰੈ ਨਾ ਵਾਰੋ ਵਾਰ, ਫਿਰ ਉਹ ਮੁੜ ਮੁੜ ਜੰਮਦਾ ਮਰਦਾ ਨਹੀਂ ਹੈ। ਮਨ ਮੇਰੇ
ਮਨਾ ਆਪਣੇ ਮਨ ਨੂੰ ਇੰਜ ਸਿੱਖਿਆ ਦਈਏ। RAM ਨਾਮ ਆਧਾਰ, ਜਿਨ੍ਹਾਂ ਨੇ ਵੀ ਪਰਮਾਤਮਾ ਦੇ ਨਾਮ ਦਾ ਆਸਰਾ ਲੈਣਾ ਕੀਤਾ ਹੈ। ਗੁਰ ਪ੍ਰਸਾਦ ਪਰਮ ਪਦ ਪਾਇਆ, ਉਹਨਾਂ ਨੇ ਗੁਰਾਂ ਦੀ ਕਿਰਪਾ ਦੁਆਰਾ ਵੱਡੀ ਕੇਵਲ ਮੋਖ ਰੂਪ ਪਦਵੀ ਨੂੰ ਪਾਇਆ ਹੈ। ਸਭ ਇੱਛ ਪੁਜਾਵਣ ਹਾਰ, ਅਤੇ ਉਹ ਨਾਮ ਹੀ ਉਹਨਾਂ ਦੀਆਂ ਲੋਕ ਪਰਲੋਕ ਦੀਆਂ ਸਾਰੀਆਂ ਇੱਛਾਵਾਂ ਨੂੰ ਪੂਰਨ ਕਰਨ ਵਾਲਾ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਸਭ ਮਹਿ ਏਕੋ ਰਵ ਰਹਿਆ, ਉਹਨਾਂ ਗੁਰਮੁਖਾਂ ਨੇ ਐਸੇ ਨਿਸ਼ਚੈ ਕੀਤਾ ਹੈ ਕਿ ਸਾਰਿਆਂ ਜੀਵਾਂ ਵਿੱਚ ਇੱਕ ਅਦੁੱਤੀ ਪਰਮਾਤਮਾ ਹੀ ਵਿਆਪਕ ਹੋ ਰਿਹਾ ਹੈ। ਗੁਰ ਬਿਨ ਬੂਝ ਨ ਪਾਏ, ਪਰ ਗੁਰਾਂ ਤੋਂ ਬਿਨਾ ਕੋਈ ਉਸ ਦੀ ਸਮਝ ਨੂੰ ਨਹੀਂ ਪਾ ਸਕਦਾ। ਗੁਰਮੁਖ ਪ੍ਰਗਟ ਹੋਆ ਮੇਰਾ ਹਰ ਪ੍ਰਭ, ਮੇਰਾ ਹਰੇ ਭਰੇ ਕਰਨ ਵਾਲਾ ਪਰਮਾਤਮਾ ਗੁਰਮੁਖ ਜਨਾਂ ਨੂੰ ਗੁਰਾਂ ਦੁਆਰਾ ਪ੍ਰਤੱਖ ਸਾਖਿਆਤਕਾਰ ਹੋਇਆ ਹੈ। ਅਨ ਦਿਨ ਹਰ ਗੁਣ ਗਾਏ, ਉਹ ਗੁਰਮੁਖ ਰਾਤ ਦਿਨ ਹਰੀ ਪਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਹਨ। ਸੁਖ ਦਾਤਾ ਹਰ ਏਕ ਹੈ, ਇੱਕ ਹਰੀ ਪਰਮਾਤਮਾ ਹੀ ਸਾਰੇ ਸੁੱਖਾਂ ਦਾ ਦਾਤਾ ਹੈ। ਹੋਰ ਥੈ ਸੁਖ ਨਾ ਪਾਹੇ, ਉਸ ਤੋਂ ਬਿਨਾਂ ਕੋਈ ਜੀਵ ਕਿਸੇ ਹੋਰ ਥਾਮੋਂ ਭਾਵ ਦੇਵੀ ਦੇਵਤਿਆਂ ਦੀ ਉਪਾਸਨਾ ਕਰਕੇ ਆਤਮਿਕ ਸੁੱਖ ਨਹੀਂ ਪਾ ਸਕਦਾ। ਸਤਿਗੁਰ ਜਿਨੀ ਨ ਸੇਵਿਆ ਦਾਤਾ, ਜਿਨ੍ਹਾਂ ਮਨੁੱਖਾਂ ਨੇ ਦਾਤਾਰ ਸਤਿਗੁਰਾਂ ਨੂੰ ਜਾਂ ਸਤਿਗੁਰਾਂ ਦੁਆਰਾ ਪਰਮਾਤਮਾ ਨੂੰ ਸੇਵਨਾ ਨਹੀਂ ਕੀਤਾ, ਸੇ ਅੰਤ ਗਏ ਪਛਤਾਹੇ, ਉਹ ਮਨੁੱਖ ਅਖੀਰ ਨੂੰ ਪਛਤਾਪ ਕਰਦੇ ਹੋਏ ਹੀ ਇਹ ਸੰਸਾਰ ਤੋਂ ਪਰਲੋਕ ਵੱਲ ਨੂੰ ਤੁਰ ਗਏ ਹਨ। ਸਤਿਗੁਰ ਸੇਵ ਸਦਾ ਸੁਖ ਪਾਇਆ, ਗੁਰਮੁਖਾਂ ਨੇ ਸਤਿਗੁਰਾਂ ਦੀ ਸੇਵਾ ਟਹਿਲ ਕਰਕੇ ਹਮੇਸ਼ਾ ਰਹਿਣ ਵਾਲੇ ਸੁਖ ਸਰੂਪ ਨੂੰ ਪਾਇਆ ਹੈ। ਫਿਰ ਦੁੱਖ ਨਾ ਲੱਗੈ ਤਾਏ, ਫਿਰ ਮੁੜ ਕੇ ਉਹਨਾਂ ਨੂੰ ਕੋਈ ਵੀ ਦੁੱਖ ਧਾਵਾ ਬੋਲ ਕੇ ਨਹੀਂ ਲੱਗਦਾ। ਨਾਨਕ ਹਰ ਭਗਤ ਪ੍ਰਾਪਤ ਹੋਈ, ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਉਹਨਾਂ ਗੁਰਮੁਖਾਂ ਨੂੰ ਹੀ ਗੁਰਾਂ ਦੁਆਰਾ ਹਰੀ ਪ੍ਰਭੂ ਦੀ ਭਗਤੀ ਪ੍ਰਾਪਤ ਹੋਈ ਹੈ। ਜੋਤੀ ਜੋਤ ਸਮਾਏ, ਅਤੇ ਉਹਨਾਂ ਦੀ ਪ੍ਰਤੱਖ ਜੋਤ ਅਦਵੈਤ ਆਨੰਦ ਸਰੂਪ ਜੋਤੀ ਪਰਮਾਤਮਾ ਦੇ ਵਿੱਚ ਲੀਨ ਹੋਈ ਹੈ। ਪੈਰਾਉ ਮਹਲਾ ਤੀਜਾ, ਤੀਜੇ ਪਾਤਸ਼ਾਹ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਭੈਰੋਂ ਰਾਗ ਵਿੱਚ ਸ਼ੋਭਾਮਨ ਫੁਰਮਾਨ ਕਰਦੇ ਹਨ। ਬਾਜ ਗੁਰੂ ਜਗਤ ਬੌਰਾਨਾ, ਇਹ ਭਾਈ ਸਤਿਗੁਰੂ ਧਾਰਨ ਤੋਂ ਬਿਨਾ ਸਾਰਾ ਸੰਸਾਰ ਹੀ ਕਮਲਾ ਹੋ ਰਿਹਾ ਹੈ। ਭੁੱਲਾ ਚੋਟਾ ਖਾਈ, ਅਤੇ ਵਾਹਿਗੁਰੂ ਦੇ ਸਰੂਪ ਤੋਂ ਭੁੱਲਿਆ ਹੋਇਆ ਵਿਕਾਰਾਂ ਦੀਆਂ ਜਮਾਂ ਦੀਆਂ ਸੱਟਾਂ ਖਾਂਦਾ ਹੈ। ਮਰ ਮਰ ਜੰਮੈ ਸਦਾ ਦੁਖ ਪਾਏ,
ਸੰਸਾਰ ਮੌਤ ਦਾ ਮਾਰਿਆ ਹੋਇਆ ਮਰਦਾ ਅਤੇ ਵਾਸ਼ਨਾ ਦਾ ਬੱਧਾ ਹੋਇਆ ਜੰਮਦਾ ਰਹਿੰਦਾ ਹੈ। ਹਮੇਸ਼ਾ ਆਉਣ ਜਾਣ ਦਾ ਦੁੱਖ ਪਾਉਣਾ ਕਰਦਾ ਹੈ। ਧਰ ਕੀ ਖਬਰ ਨਾ ਪਾਈ, ਪਰ ਪਰਮਾਤਮਾ ਦੇ ਦੁਆਰੇ ਜਾਂ ਹਿਰਦੇ ਦੇ ਦਰ ਅੰਦਰ ਵਸਦੇ ਪਰਮਾਤਮਾ ਦੀ ਪ੍ਰਾਪਤੀ ਰੂਪ ਖਬਰ ਨਹੀਂ ਪਾਈ। ਮੇਰੇ ਮਨ ਏ ਮੇਰੇ ਮਨਾ, ਸਦਾ ਰਹੋ ਸਤਿਗੁਰ ਕੀ ਸਰਣਾ। ਇਸ ਲਈ ਤੂੰ ਹਮੇਸ਼ਾ ਹੀ ਸਤਿਗੁਰਾਂ ਦੀ ਓਟ ਦੇ ਵਿੱਚ ਰਹਿਣਾ ਕਰ। ਹਿਰਦੈ ਹਰ ਨਾਮ ਮਿੱਠਾ ਸਦ ਲਾਗਾ, ਜਿਨ੍ਹਾਂ ਦੇ ਹਿਰਦੇ ਮਨ ਵਿੱਚ ਹਰੀ ਪਰਮਾਤਮਾ ਦਾ ਨਾਮ ਹਮੇਸ਼ਾ ਹੀ ਪਿਆਰਾ ਲੱਗਿਆ ਹੈ। ਗੁਰ ਸ਼ਬਦ ਦੇ ਭਵ ਜਲ ਤਰਣਾ, ਉਹਨਾਂ ਨੇ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਸੰਸਾਰ ਸਮੁੰਦਰ ਤੋਂ ਤਰਨਾ ਕੀਤਾ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਭੇਖ ਕਰੈ ਬਹੁਤ ਚਿਤ ਡੋਲਾ, ਜਿਹੜੇ ਬਾਹਰੋਂ ਅਨੇਕਾਂ ਲਿਬਾਸ ਧਾਰਨ ਕਰਦੇ ਨੇ ਉਹਨਾਂ ਦਾ ਜੋ ਮਨ ਹੈ ਅਨੇਕਾਂ ਪਦਾਰਥਾਂ ਦੀ ਇੱਛਾ ਦੇ ਵਿੱਚ ਡੋਲਦਾ ਰਹਿੰਦਾ ਹੈ। ਅੰਤਰ ਕਾਮ ਕ੍ਰੋਧ ਅਹੰਕਾਰ, ਅਤੇ ਉਹਨਾਂ ਦੇ ਹਿਰਦੇ ਅੰਦਰ ਕਾਮ ਦਾ ਫੁਰਨਾ, ਕ੍ਰੋਧ ਗੁੱਸਾ ਅਤੇ ਅਭਿਮਾਨ ਆਦਿਕ ਵਿਕਾਰਾਂ ਦੀ ਬਹੁਲਤਾ ਹੁੰਦੀ ਹੈ। ਅੰਤਰ ਦਿਸ਼ਾ ਭੂਖ ਅਤ ਬਹੁਤੀ, ਉਹਨਾਂ ਦੇ ਹਿਰਦੇ ਵਿੱਚ ਅਤਿਅੰਤ ਹੀ ਰਸਾਂ ਕਸਾਂ ਦੀ ਤ੍ਰਿਸ਼ਨਾ ਅਤੇ ਬਹੁਤ ਜ਼ਿਆਦਾ ਪਦਾਰਥਾਂ ਦੇ ਜੋੜਨ ਦੀ ਭੁੱਖ ਆਸਾ ਲੱਗੀ ਰਹਿੰਦੀ ਹੈ। ਭੌਕਤ ਫਿਰੈ ਦਰਬਾਰ, ਉਹ ਦਰ ਦੁਆਰੇ ਦੁਆਰੇ ਉੱਪਰ ਤੇ ਬਾਹਰ ਦਰਵਾਜ਼ਿਆਂ ਦੇ ਤੇ ਬਾਹਰ ਮੁੜ ਮੁੜ ਜੂਨਾਂ ਰੂਪੀ ਦੁਆਰਿਆਂ ਦੇ ਵਿੱਚ ਹੀ ਭੌਂਕਦੇ ਫਿਰਦੇ ਰਹਿੰਦੇ, ਭਟਕਦੇ ਫਿਰਦੇ ਰਹਿੰਦੇ ਹਨ। ਅਸਲ ਦੇ ਵਿੱਚ ਪਾਠ ਤਾਂ ਦਰ ਤੇ ਬਾਰ ਵੱਖੋ ਵੱਖ ਹੈ, ਪਰ ਜੇ ਇਕੱਠਾ ਮੰਨੀਏ ਤਾਂ ਦਰਬਾਰ ਕੋਰਟ ਕਚਹਿਰੀਆਂ ਵਿੱਚ ਹੀ ਭਟਕਦੇ ਰਹਿੰਦੇ ਨੇ, ਜਾਂ ਪਰਿਵਾਰ ਰੂਪੀ ਦਰਬਾਰ ਦੇ ਵਿੱਚ ਹੀ ਭਟਕਦੇ ਰਹਿੰਦੇ ਨੇ। ਘਰ ਘੁੰਮਣ ਵਾਣੀ ਭਾਈ ਪਾਪ ਪੱਥਰ ਤਰਨ ਜਾਈ, ਗੁਰ ਕੈ ਸ਼ਬਦ ਮਰੈ ਫਿਰ ਜੀਵਾ, ਜੋ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਜੀਵਤ ਭਾਵ ਵੱਲੋਂ ਮਰ ਜਾਂਦੇ ਨੇ ਅਤੇ ਫਿਰ ਮੁੜ ਸ਼ੁਭ ਗੁਣਾ ਪਰਮਾਤਮਾ ਵੱਲ ਉਹ ਜਿਉਂਦੇ ਹੋ ਜਾਂਦੇ ਨੇ। ਤਿਨ ਕੋ ਮੁਕਤ ਦੁਆਰ, ਜਿਹੜੇ ਜੀਵਤ ਭਾਵ ਵੱਲੋਂ ਮਰ ਜਾਂਦੇ ਗੁਰੂ ਦੇ ਉਪਦੇਸ਼ ਦੀ ਕਮਾਈ ਕਰਕੇ ਉਹ ਮੁੜ ਰੱਬ ਵੱਲ ਜਿਉਂਦੇ ਹੋ ਜਾਂਦੇ ਨੇ। ਤਿਨਾਂ ਨੂੰ ਮੁਕਤੀ ਦਾ ਦਰਵਾਜ਼ਾ ਗਿਆਨ ਪ੍ਰਾਪਤ ਹੁੰਦਾ ਹੈ, ਜਾਂ ਦੁਆਰਿਆਂ ਵਾਲੇ ਸੰਸਾਰ ਜਾਂ ਸਰੀਰ ਵਿੱਚੋਂ ਮੁਕਤੀ ਪ੍ਰਾਪਤ ਹੁੰਦੀ ਹੈ। ਅੰਤਰ ਸ਼ਾਂਤ ਸਦਾ ਸੁਖ ਹੋਵੈ, ਉਹਨਾਂ ਦੇ ਹਿਰਦੇ ਵਿੱਚ ਸ਼ਾਂਤੀ ਅਤੇ ਸਦੀਵੀ ਸੁਖ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਹਰ ਰਾਖਿਆ ਔਰ ਧਾਰ, ਕਿਉਂਕਿ ਉਹਨਾਂ ਨੇ ਆਪਣੇ ਔਰ ਹਿਰਦੇ ਵਿੱਚ ਹਰੀ ਪਰਮਾਤਮਾ ਨੂੰ ਧਾਰਨ ਕਰਕੇ ਰੱਖਿਆ ਹੋਇਆ ਹੈ। ਜੋ ਤਿਸ ਪਾਵੈ ਤਿਵੈ ਚਲਾਵੈ, ਜਿਵੇਂ ਤਿਸ ਪਰਮਾਤਮਾ ਨੂੰ ਪਾਉਂਦਾ ਹੈ ਉਹ ਤਿਵੇਂ ਹੀ ਸੰਸਾਰ ਨੂੰ ਚਲਾਉਂਦਾ ਹੈ। ਕਰਣਾ ਕਿਛੁ ਨਾ ਜਾਈ,
ਉਸ ਦੇ ਹੁਕਮ ਤੋਂ ਉਲਟ ਆਪਣੇ ਵੱਲੋਂ ਕੁਝ ਵੀ ਕੀਤਾ ਨਹੀਂ ਜਾ ਸਕਦਾ। ਕੀਤਾ ਕਰਨਾ ਸਰਬ ਰਜਾਈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਦੇ ਹੁਕਮ ਦੇ ਵਿੱਚ ਹੀ ਕਰਦਾ ਤੇ ਕਰਾਉਂਦਾ ਹੈ। ਕਿਸ ਕੀਚੈ ਜੇ ਕਰ ਸਕੀਐ। ਕੁਛ ਆਪਾਂ ਤਾਂ ਹੀ ਕਰੀਏ ਜੇ ਕੁਛ ਆਪ ਦੀ ਮਰਜ਼ੀ ਨਾਲ ਕਰ ਸਕਦੇ ਹੋਈਏ। ਕੀਤਾ ਕਰਨਾ ਸਰਬ ਰਜਾਈ ਕਿਸ ਕੀਚੈ ਜੇ ਕਰ ਸਕੀਐ। ਆਪਣਾ ਕੀਤਾ ਕਿਛੂ ਨਾ ਹੋਵੈ ਜਿਉ ਹਰਿ ਭਾਵੈ ਤਿਉ ਰਖੀਐ। ਮੇਰੇ ਹਰਿ ਜੀਓ ਸਭ ਕੋ ਤੇਰੇ ਵਸ ਅਸਾਂ ਜੋਰ ਨਾਹੀ ਜੇ ਕਿਛ ਕਰ ਹਮ ਸਾਕੈ ਹੈ ਜਿਉ ਭਾਵੈ ਤਿਵੇਂ ਬਖਸ਼। ਨਾਨਕ ਗੁਰਮੁਖ ਸ਼ਬਦ ਸੰਭਾਲੇ। ਇੰਜ ਵਾਹਿਗੁਰੂ ਦੇ ਬਾਣੀ ਵਿੱਚ ਚੱਲਦੇ ਆ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਜਿਹੜੇ ਗੁਰਮੁਖ ਗੁਰਾਂ ਦੇ ਉਪਦੇਸ਼ ਨੂੰ ਸੰਭਾਲੇ ਯਾਦ ਕਰਦੇ ਨੇ ਜਾਂ ਗੁਰਾਂ ਦੇ ਸ਼ਬਦ ਦੁਆਰਾ ਪਰਮਾਤਮਾ ਨੂੰ ਯਾਦ ਕਰਦੇ ਨੇ। ਰਾਮ ਨਾਮ ਵਡਿਆਈ। ਉਹਨਾਂ ਨੂੰ ਰਮੰਤੀ ਸਾ ਰਾਮਾ ਰਮੇ ਪਰਮਾਤਮਾ ਦੇ ਨਾਮ ਜਪਣ ਜਪਾਉਣ ਦੀ ਵਡਿਆਈ ਮਿਲਦੀ ਹੈ। ਜਾਂ ਨਾਮ ਕਰਕੇ ਲੋਕ ਪਰਲੋਕ ਦੇ ਵਿੱਚ ਵਡਿਆਈ ਮਿਲਦੀ ਹੈ। ਭੈਰਵ ਮਹਲਾ ਤੀਜਾ। ਤੀਜੇ ਪਾਤਸ਼ਾਹ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਭੈਰੋਂ ਰਾਗ ਵਿੱਚ ਸ਼ੋਭਾਮਣ ਉਪਦੇਸ਼ ਬਖਸ਼ਿਸ਼ ਕਰਦੇ ਨੇ। ਹਉਮੈ ਮਾਇਆ ਮੋਹਿ ਖਵਾਇਆ। ਇਹ ਭਾਈ ਦੇਹ ਦੀ ਹੰਗਤਾ ਮਮਤਾ ਅਤੇ ਮਾਇਆ ਦੇ ਮੋਹ ਨੇ ਜੀਵ ਨੂੰ ਵਾਹਿਗੁਰੂ ਦੇ ਸਰੂਪ ਵੱਲੋਂ ਭੁਲਾਇਆ ਹੋਇਆ ਹੈ। ਦੁੱਖ ਖੱਟੇ ਦੁੱਖ ਖਾਏ। ਇਹ ਜੀਵ ਦੁਖਦਾਇਕ ਕਰਮਾਂ ਨੂੰ ਖੱਟਦਾ ਕਮਾਉਂਦਾ ਹੈ ਅਤੇ ਦੁੱਖ ਹੀ ਖਾਂਦਾ ਭੋਗਦਾ ਹੈ ਜਾਂ ਕਿਸੇ ਨੂੰ ਦੁੱਖ ਦੇ ਕੇ ਆਪ ਖਾਣਾ ਖਾਂਦਾ ਹੈ। ਅੰਦਰ ਲੋਭ ਹਲਕ ਦੁੱਖ ਭਾਰੀ। ਜੀਵ ਦੇ ਮਨ ਅੰਦਰ ਲਾਲਚ ਰੂਪੀ ਹਲਕ ਉੱਠਿਆ ਹੋਇਆ ਹੈ। ਸਕੀ ਮਾਂ ਸਕੇ ਪਿਓ ਸਕੀ ਭੈਣ ਨੂੰ ਵੀ ਚੱਕ ਵੱਟਦਾ, ਮਤਲਬ ਉਹਨਾਂ ਨੂੰ ਵੀ ਲੁੱਟ ਲੈਂਦਾ ਹੈ। ਜਿਸ ਕਰਕੇ ਦੁੱਖ ਭਾਰੀ ਬਹੁਤ ਵੱਡੇ ਦੁੱਖ ਦੇ ਸਹਿਤ ਹੋ ਰਿਹਾ ਹੈ। ਬਿਨ ਵਿਵੇਕ ਪਰਮਾਏ। ਆਪਣੇ ਸਰੂਪ ਦੇ ਗਿਆਨ ਤੋਂ ਬਿਨਾਂ ਉਹ ਭਟਕਦਾ ਫਿਰਦਾ ਰਹਿੰਦਾ ਹੈ। ਮਨ ਮੁਖ ਤ੍ਰਿਗ ਜੀਵਨ ਸੰਸਾਰ। ਇਹ ਭਾਈ ਮਨ ਦੇ ਮਗਰ ਲੱਗਣ ਵਾਲੇ ਪੁਰਖਾਂ ਦਾ ਜਗਤ ਵਿੱਚ ਜੋ ਜਿਉਣਾ ਹੈ ਉਹਨੂੰ ਤਿਰਕਾਰ ਜੋਗ ਹੈ। ਜੋ ਮਨਮੁਖ ਜਿਉਂਦਾ ਹੈ ਜਗਤ ਵਿੱਚ ਉਹ ਤਿਰਕਾਰ ਯੋਗ ਹੈ। ਰਾਮ ਨਾਮ ਸੁਪਨ ਨਹੀਂ ਚੇਤਿਆ। ਕਿਉਂਕਿ ਉਹਨਾਂ ਨੇ ਪਰਮਾਤਮਾ ਦੇ ਨਾਮ ਨੂੰ ਕਦੇ ਸੁਪਨੇ ਵਿੱਚ ਵੀ ਯਾਦ ਨਹੀਂ ਕੀਤਾ ਜਾਂ ਸੁਪਨੇ ਮਾਤਰ ਸੰਸਾਰ ਵਿੱਚ ਪਰਮਾਤਮਾ ਦਾ ਨਾਮ ਸਿਮਰਨ ਨਹੀਂ ਕੀਤਾ। ਹਰ ਸਿਉ ਕਦੇ ਨ ਲਾਗੈ ਪਿਆਰ। ਅਤੇ ਉਹਨਾਂ ਦਾ ਹਰੀ ਪਰਮਾਤਮਾ ਦੇ ਨਾਲ ਕਦੇ ਵੀ ਪਿਆਰ ਨਹੀਂ ਲੱਗਦਾ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਪਸੂਆ ਕਰਮ ਕਰੈ ਨਹੀਂ ਬੂਝੈ। ਉਹ ਪਸ਼ੂਆਂ ਦੇ ਸਦਰਸ਼ ਕੰਮ ਕਰਦਾ, ਗੁਰਾਂ ਦੇ ਉਪਦੇਸ਼ ਨੂੰ ਸਮਝਦਾ ਨਹੀਂ ਹੈ। ਕੂੜ ਕਮਾਵੈ ਕੂੜੋ ਕਰਮ ਕਮਾਉਣਾ ਕਰਦਾ, ਜਿਸ ਕਰਕੇ ਉਹ ਪਰਲੋਕ ਦੇ ਵਿੱਚ ਝੂਠਾ ਹੀ ਹੋਵੇਗਾ ਜਾਂ ਉਸ ਨੂੰ ਝੂਠਾ ਹੀ ਫਲ ਪ੍ਰਾਪਤ ਹੋਵੇਗਾ। ਸਤਿਗੁਰ ਮਿਲੈ ਤਾਂ ਉਲਟੀ ਹੋਵੈ। ਜੇਕਰ
ਸਤਿਗੁਰੂ ਜੀ ਮਿਲ ਪੈਣ ਤਾਂ ਬਿਰਤੀ ਸੰਸਾਰ ਵੱਲੋਂ ਉਲਟ ਕੇ ਪਰਤ ਕੇ ਪ੍ਰਥਮ ਪਰਮਾਰਥ ਵੱਲ ਹੋ ਜਾਂਦੀ ਹੈ। ਖੋਜ ਲਹੈ ਜਨ ਕੋਏ, ਪਰ ਉਹ ਕੋਈ ਵਿਰਲਾ ਪੁਰਖ ਹੀ ਹੈ ਜੋ ਗੁਰਾਂ ਨੂੰ ਭਾਲ ਲੈਂਦਾ ਹੈ ਜਾਂ ਗੁਰਾਂ ਦੁਆਰਾ ਪਰਮਾਤਮਾ ਦੇ ਤਾਈਂ ਖੋਜ ਲੈਂਦਾ ਹੈ। ਹਰ ਹਰ ਨਾਮ ਹਿਰਦੈ ਸਦ ਵਸਿਆ, ਹਰੇ ਭਰੇ ਕਰਨ ਵਾਲੇ ਹਰੀ ਪਰਮਾਤਮਾ ਦਾ ਨਾਮ ਜਿਨ੍ਹਾਂ ਦੇ ਹਿਰਦੇ ਵਿੱਚ ਹਮੇਸ਼ਾ ਵਸਿਆ ਰਹਿੰਦਾ ਹੈ। ਪਾਇਆ ਗੁਣੀ ਨਿਦਾਨ, ਉਹਨਾਂ ਨੇ ਜੋ ਗੁਣੀ ਨਿਧਾਨ ਗੁਣਾਂ ਦੇ ਖਜ਼ਾਨੇ ਪ੍ਰਭੂ ਨੂੰ ਪਾਉਣਾ ਕੀਤਾ ਹੈ। ਮਹਾਰਾਜ ਨੇ ਬਚਨ ਕੀਤਾ ਹੈ, ਪਾਤਸ਼ਾਹ ਜੀ ਫਰਮਾਉਂਦੇ ਨੇ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਜਿਹੜਾ ਵਾਹਿਗੁਰੂ ਹੈ ਇਹ ਗੁਣਾਂ ਦਾ ਖਜ਼ਾਨਾ ਹੈ। ਉਹਦੇ 'ਚ ਕਿਹੜੇ ਕਿਹੜੇ ਗੁਣ ਨੇ? ਉਹ ਇੱਕ ਹੈ, ਉਹ ਅਹੰਕਾਰ ਹੈ, ਸਤ ਹੈ, ਨਾਮ ਪ੍ਰਸਿੱਧ ਹੈ, ਕਰਤਾ ਹੈ, ਪੁਰਖ ਹੈ, ਨਿਰਭਉ ਹੈ, ਨਿਰਵੈਰ ਹੈ, ਅਕਾਲ ਹੈ, ਮੂਰਤ ਹੈ, ਅਜੂਨੀ ਹੈ, ਸਹਿ ਭੰਗ ਹੈ। ਉਹਦੇ 'ਚ ਗੁਣ ਵਿਸ਼ੇਸ਼ਤਾ ਹੈ ਕਿ ਉਹ ਗੁਰੂ ਦੀ ਪ੍ਰਸਾਦ ਕਿਰਪਾ ਨਾਲ ਪਾਇਆ ਜਾਂਦਾ ਹੈ। ਫਿਰ ਉਹ ਜਪ ਜਪਣੀ ਯੋਗ ਹੈ, ਆਦ ਸੱਚ ਹੈ, ਜੁਗਾਦ ਸੱਚ ਹੈ, ਹੁਣ ਵੀ ਹੈ, ਸਾਡੇ ਪਾਸ ਹੀ ਬੈਠਾ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਸੰਗਤ 'ਚ ਰੱਬ ਵਸਦਾ ਹੈ। ਮਹਾਰਾਜ ਨੇ ਲਿਖ ਕੇ ਦਿੱਤਾ ਹੈ ਵੀ ਪਿੱਛੇ ਵੀ ਸੀਗਾ, ਸਾਡੇ ਜਨਮ ਤੋਂ ਪਹਿਲਾਂ ਵੀ ਮੌਜੂਦ ਸੀ। ਨਾਨਕ ਹੋਸੀ ਵੀ ਸੱਚ, ਅਸੀਂ ਉੱਠ ਕੇ ਚਲੇ ਜਾਵਾਂਗੇ ਉਦੋਂ ਵੀ ਮਹਾਰਾਜ ਇੱਥੇ ਹੀ ਹੋਵੇਗਾ। ਐਸੇ ਗੁਣਾਂ ਵਾਲਾ ਜੋ ਪਰਮਾਤਮਾ ਹੈ ਜੀ, ਉਹਦਾ ਸਿਮਰਨ ਕਰਾਂਗੇ, ਉਹਦੇ ਗੁਣਾਂ ਨੂੰ ਯਾਦ ਕਰਾਂਗੇ ਤਾਂ ਜਿੰਨੇ ਵੀ ਗੁਣ ਨੇ ਉਹ ਯਾਦ ਕਰਨ ਵਾਲੇ ਦੇ ਹਿਰਦੇ ਵਿੱਚ ਵਸ ਜਾਂਦੇ ਨੇ। ਤੇ ਇਸ ਵਾਸਤੇ ਉਹ ਫਿਰ ਮਹਾਰਾਜ ਨੂੰ ਹੀ ਸਮਝ ਲਓ ਪਾ ਲੈਂਦਾ ਹੈ। ਬਾਣੀ ਨੂੰ ਹਿਰਦੇ 'ਚ ਵਸਾਉਣਾ ਹੀ ਰੱਬ ਨੂੰ ਪਾਉਣਾ ਹੈ। ਪਾਤਸ਼ਾਹ ਜੀ ਕਥਨ ਕਰਦੇ ਨੇ, ਰਾਮ ਰਾਮ ਸਭ ਕੋ ਕਹੈ, ਕਹੇ ਰਾਮ ਨਾ ਹੋਏ, ਗੁਰ ਪ੍ਰਸਾਦੀ ਰਾਮ ਮਨ ਵਸੈ, ਤਾਂ ਫਲ ਪਾਵੈ ਕੋਇ। ਨਾਨਕ ਜਿਨ ਕੈ ਹਿਰਦੈ ਵਸਿਆ, ਮੋਖ ਮੁਕਤ ਤਿਨ ਪਾਇਆ। ਮੁਖੋਂ ਹਰ ਹਰ ਸਭ ਕੋ ਕਰੈ, ਵਿਰਲੇ ਹਿਰਦੈ ਵਸਾਇਆ। ਨਾਨਕ ਜਿਨ ਕੈ ਹਿਰਦੈ ਵਸਿਆ, ਮੋਖ ਮੁਕਤ ਤਿਨ ਪਾਇਆ। ਹਰੇ ਭਰੇ ਕਰਨ ਵਾਲੇ ਪਰਮਾਤਮਾ ਦਾ ਨਾਮ ਜਿਨ੍ਹਾਂ ਦੇ ਹਿਰਦੇ 'ਚ ਹਮੇਸ਼ਾ ਵਸਿਆ ਰਹਿੰਦਾ, ਉਹਨਾਂ ਗੁਣਾਂ ਦੇ ਖਜ਼ਾਨੇ ਪ੍ਰਭੂ ਨੂੰ ਪਾਇਆ। ਕਿਵੇਂ ਪਾਇਆ ਹੈ? ਗੁਰ ਪ੍ਰਸਾਦੀ ਪੂਰਾ ਪਾਇਆ, ਜੋ ਉਹਨਾਂ ਨੇ ਗੁਰਾਂ ਦੀ ਕਿਰਪਾ ਕਰਕੇ ਪੂਰਨ ਪ੍ਰਭੂ ਨੂੰ ਪ੍ਰਾਪਤ ਕੀਤਾ ਹੈ। ਚੂਕਾ ਮਨ ਅਭਿਮਾਨ, ਕਿਉਂਕਿ ਗੁਰਾਂ ਦੀ ਕਿਰਪਾ ਦੁਆਰਾ ਉਹਨਾਂ ਦੇ ਹਿਰਦੇ ਵਿੱਚੋਂ ਹੰਕਾਰ ਜੋ ਚੁੱਕਿਆ ਗਿਆ ਹੈ। ਆਪੇ ਕਰਤਾ ਕਰੇ ਕਰਾਏ, ਉਹ ਜਾਣਦੇ ਨੇ ਕਿ ਕਰਤਾ ਪਰਮਾਤਮਾ ਆਪ ਹੀ ਜੀਵਾਂ ਨੂੰ ਪੈਦਾ ਕਰਦਾ, ਆਪ ਹੀ ਉਹਨਾਂ ਦੀ ਵਾਸ਼ਨਾ ਅਨੁਸਾਰ ਪ੍ਰੇਰ ਕੇ ਕਰਮ ਕਰਾਉਂਦਾ ਹੈ। ਆਪੇ ਮਾਰਗ ਪਾਏ, ਅਤੇ ਆਪ ਹੀ ਸਤਸੰਗਤ ਵਿੱਚ ਮੇਲ ਕੇ ਪ੍ਰੇਮਾ ਭਗਤੀ ਦੇ ਰਸਤੇ ਪਾਉਂਦਾ ਹੈ। ਆਪੇ ਗੁਰਮੁਖਾਂ ਦੀ ਵਡਿਆਈ, ਆਪ ਹੀ ਗੁਰਮੁਖ ਜਨਾਂ ਨੂੰ ਗੁਰਾਂ ਦੁਆਰਾ ਆਪਣੇ ਸਰੂਪ ਦੀ ਪ੍ਰਾਪਤੀ ਰੂਪ ਸ਼ੋਭਾ ਦਿੰਦਾ ਹੈ। ਨਾਨਕ ਨਾਮ ਸਮਾਏ, ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਇਉਂ ਉਹ ਨਾਮ ਕਰਕੇ ਜਾਂ ਨਾਮੀ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੇ ਨੇ, ਜਾਂ ਗੁਰਮੁਖਾਂ ਨੂੰ ਨਾਮ ਦੀ ਵਡਿਆਈ ਉਹ ਬਖਸ਼ ਦਿੰਦਾ ਹੈ। ਗੁਰਮੁਖ ਕੌਣ ਨੇ? ਪਾਤਸ਼ਾਹ ਜੀ ਕਥਨ ਕਰਦੇ ਨੇ, ਨਾਨਕ ਨਾਨਕ ਨਾਮ ਸਮਾਏ, ਜੋ ਪ੍ਰਭੂ ਦੇ
ਨਾਮ ਦੇ ਵਿੱਚ ਹੀ ਸਮਾਏ ਰਹਿੰਦੇ ਨੇ, ਹਮੇਸ਼ਾ ਹੀ ਬਾਣੀ ਪੜ੍ਹਦੇ ਬਾਣੀ ਦਾ ਹੀ ਰੂਪ ਹੋ ਜਾਂਦੇ, ਨਾਮ ਜਪਦੇ ਨਾਮ ਸਰੂਪ ਹੀ ਹੋ ਜਾਂਦੇ ਨੇ। ਨਾਨਕ ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਪੈਰੋ ਮਹੱਲਾ ਤੀਜਾ। ਤੀਜੇ ਪਾਤਸ਼ਾਹ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਇੱਕ ਬਹੁਤ ਹੀ ਸੁੰਦਰ ਸਾਖੀ ਸਰਵਣ ਕਰਵਾ ਰਹੇ ਹਨ। ਕਈ ਕਾਲਜਾਂ ਵਿੱਚ ਪੜ੍ਹੇ ਹੋਏ ਗੁਰਮੁਖ ਗੁਰਬਾਣੀ ਦੀ ਕਥਾ ਵਿੱਚ ਸਾਖੀਆਂ ਦਾ ਵਿਰੋਧ ਕਰਦੇ ਨੇ। ਕਈਆਂ ਤੋਂ ਮੈਂ ਸੁਣਿਆ ਜਿਹੜੇ ਚੁੰਚ ਗਿਆਨੀ ਨੇ, ਨਸ਼ਰਦਕ ਬੰਦੇ ਨੇ, ਅਖੇ ਜੀ ਤੁਸੀਂ ਕੀ ਕਹਾਣੀਆਂ ਪਾਉਂਦੇ ਹੋ, ਗੁਰਬਾਣੀ ਦੀ ਕਥਾ ਸਰਵਣ ਕਰਾਓ। ਕਥਾ ਬਣਦੀ ਕਿਵੇਂ ਹੈ? ਕਥਾ ਦਾ ਤਾਂ ਮਤਲਬ ਹੀ ਇਹ ਹੈ ਕਿ ਜਿਸ ਦੇ ਵਿੱਚ ਅੱਖਰਾਂ ਦੇ ਅਰਥ ਹੋਣ, ਭਾਵ ਅਰਥ ਹੋਣ, ਵਿਆਖਿਆ ਹੋਵੇ, ਸ਼ਬਦ ਦਾ ਸਿਧਾਂਤ, ਅਲੰਕਾਰ, ਫਿਰ ਅਰਥ ਨੂੰ ਸਪਸ਼ਟ ਕਰਨ ਵਾਸਤੇ ਤਾਂ ਕਿ ਸਾਡੀ ਸ਼ਰਧਾ ਪਰਪੱਕ ਹੋ ਜਾਏ। ਗੁਰਮਤਿ ਦੇ ਅਨੁਕੂਲ ਗੁਰ ਇਤਿਹਾਸ ਵਿੱਚੋਂ ਭਗਤਾਂ ਦੀ ਮਾਲਾ ਦੇ ਵਿੱਚੋਂ, ਭਗਤਾਂ ਦੇ ਜੀਵਨ ਵਿੱਚੋਂ ਕੋਈ ਸਾਖੀ ਸਾਂਝੀ ਕਰੀਦੀ ਹੈ। ਇਹ ਮੈਂ ਤਾਂ ਬੇਨਤੀ ਕੀਤੀ ਹੈ ਕਿ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਸ਼ਹਿਰ ਵਿਖੇ ਮੈਨੂੰ ਯਾਦ ਹੈ ਮੈਂ ਹੁਕਮਨਾਮੇ ਦੀ ਕਥਾ ਕੀਤੀ ਸੀ। ਤਿਲੰਗ ਮਹੱਲਾ ਪਹਿਲਾ। ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੈ ਸੋ ਹੋਏ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਹੈ ਤੂੰ ਹੈ ਤੂੰ ਹੋਵਨਹਾਰ, ਅਗਮ ਅਗਾਧ ਊਚ ਅਪਾਰ। ਸੋ ਇਹਦੇ ਉੱਪਰ ਮੈਂ ਭਾਈ ਕਨ੍ਹਈਆ ਜੀ ਦੀ ਸਾਖੀ ਸਰਵਣ ਕਰਾਈ। ਪੜ੍ਹੇ ਲਿਖੇ ਗੁਰਮੁਖ ਬਾਅਦ ਵਿੱਚ ਮੈਨੂੰ ਕਹਿਣ ਲੱਗੇ ਕਿ ਤੁਸਾਂ ਦੇ ਇਤਿਹਾਸ ਸੁਣਾ ਦਿੱਤਾ। ਮੈਂ ਕਿਹਾ ਜੀ ਹੁਕਮਨਾਮਾ ਤਾਂ ਛੋਟਾ ਜਿਹਾ ਹੈ, ਇਤਿਹਾਸ ਦੇ ਨਾਲ ਹੀ ਆਪਾਂ ਜੋ ਗੁਰਬਾਣੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਉਹ ਅਰਥ ਸਾਡੇ ਮਨ ਵਿੱਚ ਵਸ ਜਾਣ, ਸਮਝ ਆ ਜਾਏ, ਮੋਟੇ ਰੂਪ ਦੇ ਵਿੱਚ ਸ਼ਰਧਾ ਪ੍ਰਪੱਕ ਹੋ ਜਾਏ। ਇਤਿਹਾਸ ਨਾਲ ਹੀ ਪ੍ਰਪੱਕ ਹੁੰਦੀ ਹੈ। ਤੋ ਜਿਨ੍ਹਾਂ ਨੇ ਨਾਮ ਨੂੰ, ਸ਼ਬਦ ਨੂੰ ਕਮਾਇਆ ਹੈ, ਉਹਨਾਂ ਦੀ ਸਾਖੀ ਸਾਂਝੀ ਕਰਨ ਦਾ ਕੋਈ ਹਰਜ ਨਹੀਂ। ਤੇ ਗੁਰਦੁਆਰਾ ਡਮੇਲੀ ਮਹਾਂਪੁਰਖਾਂ ਦਾ ਬਰਮਿੰਘਮ ਸ਼ਹਿਰ ਵਿਖੇ, ਉੱਥੇ ਵੀ ਉਹ ਕੋ ਸੈਕਟਰੀ ਨਸ਼ਰਦਕ ਸੀ, ਮਿਸ਼ਨਰੀ। ਉਹਨੇ ਕਹਿਣਾ ਵੀ ਫਲਾਣਾ ਆਇਆ, ਉਹਨੇ ਕਹਾਣੀਆਂ ਸੁਣਾ ਮੇਰੇ ਤਾਂ ਕੰਨ ਬੋਲੇ ਕਰ ਦਿੱਤੇ। ਮਤਲਬ ਜਿਹੜਾ ਬੰਦਾ ਭਗਤਾਂ ਦੀ ਸਾਖੀ ਨਹੀਂ ਸੁਣ ਸਕਦਾ, ਦੱਸੋ ਕੀ ਸੁਣੇਗਾ। ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਸਾਡੇ ਗੁਰੂਆਂ ਨੇ ਗੁਰਬਾਣੀ ਵਿੱਚ ਖੁਦ ਆਪ ਸਾਖੀਆਂ ਸੁਣਾਈਆਂ ਨੇ। ਭਗਤ ਪ੍ਰਹਿਲਾਦ ਦੀ ਸਾਖੀ ਅਤੀ ਸੁੰਦਰ। ਸਭ ਤੋਂ ਪਹਿਲਾਂ ਮੈਂ ਰਾਗੀ ਬਲਵਿੰਦਰ ਸਿੰਘ ਜੀ ਰੰਗੀਲਾ ਸਾਹਿਬ ਪਾਸੋਂ ਉਹਨਾਂ ਦੀ ਕੈਸਟ ਸੁਣੀ, ਉਹਦੇ ਵਿੱਚੋਂ ਸਰਵਣ ਕੀਤੀ। ਮੇਰਾ ਬੜਾ ਪਿਆਰ ਪੈਦਾ ਹੋਇਆ। ਫਿਰ ਮੈਂ ਭਗਤਮਾਲਾ ਗ੍ਰੰਥ ਪੜ੍ਹਿਆ। ਸੁਣ ਸਾਖੀ ਮਨ ਜਪ ਪਿਆਰ, ਅਜਾਮਲ ਉਧਰਿਆ ਕਹਿ ਇੱਕ ਬਾਰ। ਬਾਲਮੀਕਾ ਹੁਆ ਸਾਧ ਸੰਗ, ਧਰੂ ਕੋ ਮਿਲਿਆ ਹਰ ਸੰਗ। ਸਤਿਗੁਰੂ ਜੀ ਨੇ ਆਪ ਸਾਖੀਆਂ ਸਰਵਣ ਕਰਾਈਆਂ। ਇਸ ਸ਼ਬਦ ਵਿੱਚ ਜੋ ਪ੍ਰਾਰੰਭ ਹੋ ਰਿਹਾ, ਭਗਤ ਪ੍ਰਹਿਲਾਦ ਜੀ ਦੇ ਜੀਵਨ ਦਾ ਦ੍ਰਿਸ਼ਟਾਂਤ ਦਿੰਦੇ ਹੋਏ ਗੁਰੂ ਅਮਰਦਾਸ ਜੀ ਮਹਾਰਾਜ ਗੁਰਮੁਖਾਂ ਦੇ ਲੱਖਣ ਕਥਨ ਕਰਦੇ ਨੇ। ਜਿਸ ਸਮੇਂ ਹਰਨਾਖਸ਼ ਨੇ ਆਪਣੇ ਪੁੱਤਰ ਭਗਤ ਪ੍ਰਹਿਲਾਦ ਜੀ ਨੂੰ ਪੜ੍ਹਨ ਲਈ ਦੈਂਤਾਂ ਦੇ ਗੁਰੂ ਸ਼ੁਕਰਾਚਾਰੀਏ ਦੇ ਪੁੱਤਰ ਸੰਡੇ ਮਰਕੇ ਪਾਸ ਭੇਜਣਾ ਕੀਤਾ, ਤਦੋਂ ਉਹਨਾਂ ਨੇ ਪੱਟੀ ਉੱਪਰ ਦੈਂਤਾਂ ਦੀ ਵਿਦਿਆ ਦੇ ਅੱਖਰ ਲਿਖ ਕੇ ਪੜ੍ਹਨ ਲਈ ਕਿਹਾ। ਤਦੋਂ ਜੋ ਪ੍ਰਹਿਲਾਦ ਜੀ ਨੇ ਕਿਹਾ ਉਸ ਵਾਰਤਾ ਨੂੰ ਗੁਰੂ ਸਾਹਿਬ ਜੀ ਆਪਣੇ ਮੁਖੋਂ ਉਚਾਰਨ ਕਰਕੇ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ। ਰਹੋ ਭਗਤ ਪ੍ਰਹਿਲਾਦ ਦੀ ਸਾਖੀ ਸ੍ਰੀ ਗੁਰੂ ਅਮਰਦਾਸ ਜੀ ਦੇ ਪਾਵਨ ਮੁਖਾਰ ਬਿੰਦੋ ਸਰਵਣ ਕਰੋ। ਮੇਰੀ ਪਟੀਆਂ ਲਿਖੋ ਹਰ ਗੋਬਿੰਦ ਗੋਪਾਲਾ।
ਪਾਂਧਾ ਜੀ, ਮੇਰੀ ਪੱਟੀ ਉੱਪਰ ਉਸ ਹਰੀ ਪਰਮਾਤਮਾ ਦਾ ਨਾਮ ਲਿਖਣਾ ਕਰੋ, ਜੋ ਗੋਬਿੰਦ ਪ੍ਰithvi ਦੇ ਜੀਵਾਂ ਦੀ ਰੱਖਿਆ ਕਰਨ ਵਾਲਾ ਤੇ ਪ੍ਰithvi ਦੇ ਜੀਵਾਂ ਦੀ ਪਾਲਣਾ ਕਰਦਾ ਹੈ। ਮੇਰੀ ਪੱਟੀ ਉੱਪਰ ਹਰੀ, ਗੋਬਿੰਦ ਅਤੇ ਗੋਪਾਲ ਅੱਖਰ ਲਿਖਣਾ ਕਰੋ। ਦੂਜੈ ਪਾਏ ਫਾਤੇ ਜਮ ਜਾਲਾ। ਕਿਉਂਕਿ ਇੱਕ ਪਰਮਾਤਮਾ ਤੋਂ ਬਿਨਾਂ ਦਵੈਤ ਭਾਵ ਵਾਲੀ ਪੜ੍ਹਾਈ ਪੜ੍ਹਨ ਨਾਲ ਜਾਂ ਦੂਸਰੇ ਅੱਖਰਾਂ ਵਿੱਚ ਪ੍ਰੇਮ ਕਰਨ ਨਾਲ ਜਮਾਂ ਦੀ ਫਾਹੀ ਵਿੱਚ ਹੀ ਫਸ ਜਾਈਦਾ ਹੈ। ਤਦੋਂ ਅੱਗੋਂ ਉਹਨਾਂ ਨੇ ਕਿਹਾ ਕਿ ਇਹ ਪੁੱਤਰ ਪ੍ਰਹਿਲਾਦ, ਇਹ ਨਾਮ ਸਾਡੇ ਪੜ੍ਹਨ ਯੋਗ ਨਹੀਂ ਹਨ। ਜੇਕਰ ਤੇਰੇ ਪਿਤਾ ਨੂੰ ਪਤਾ ਲੱਗ ਗਿਆ ਤਾਂ ਤੈਨੂੰ ਉਸ ਤੋਂ ਕੌਣ ਬਚਾਵੇਗਾ? ਤਾਂ ਸਹਿ ਪੁੱਤਰ ਬਖਸ਼ਦੇ ਨੇ। ਸਤਿਗੁਰ ਕਰੇ ਮੇਰੀ ਪ੍ਰਤਪਾਲਾ। ਇਹ ਪਾਂਧਾ ਜੀ, ਮੇਰਾ ਸਤਿਗੁਰੂ ਨਾਰਦ ਮੁਨੀ, ਸਤਿਗੁਰੂ ਪਰਮਾਤਮਾ ਮੇਰੀ ਪਾਲਣਾ ਕਰਦਾ ਹੈ। ਕਿਉਂਕਿ ਜਿਸ ਵਕਤ ਇੰਦਰ ਨੇ ਦੇਖਿਆ ਕਿ ਹਰਨਾਕਸ਼ ਤਾਂ ਤਪ ਕਰਨ ਲਈ ਚਲਾ ਗਿਆ, ਉਹਨੇ ਉਹਦੀ ਪੁਰੀ ਤੇ ਹਮਲਾ ਕਰਕੇ ਸਭ ਦੈਂਤਾਂ ਨੂੰ ਪਛਾੜ ਦਿੱਤਾ, ਕੁਛ ਮਾਰ ਦਿੱਤੇ। ਉਸ ਦੀ ਘਰਵਾਲੀ ਨੂੰ ਯਾਨੀ ਭਗਤ ਪ੍ਰਹਿਲਾਦ ਦੀ ਮਾਤਾ ਜੀ ਨੂੰ ਇੰਦਰ ਨੇ ਆਪਣੀ ਕੈਦ ਵਿੱਚ ਕੈਦ ਕਰ ਲਿਆ। ਸੋਚਿਆ ਕਿ ਇਹਨੂੰ ਮੈਂ ਆਪਦੇ ਪੁਰੀ ਵਿੱਚ ਲਿਜਾ ਕੇ ਕੈਦ ਰੱਖਾਂਗਾ। ਜੋ ਹਰਨਾਕਸ਼ ਦਾ ਬੱਚਾ ਇਹਦੇ ਪੇਟ ਵਿੱਚ ਪਲ ਰਿਹਾ, ਜੰਮਦਿਆਂ ਸਾਰ ਹੀ ਉਹਨੂੰ ਮੈਂ ਮਾਰ ਦੇਵਾਂਗਾ। ਕਿਉਂਕਿ ਕਾਬੂ ਤਾਂ ਪਹਿਲਾਂ ਹੀ ਨਹੀਂ ਆ ਰਿਹਾ ਹਰਨਾਕਸ਼ ਦਾ ਪਿਓ। ਪੁੱਤ ਪਤਾ ਨਹੀਂ ਕਿਹੋ ਜਿਹਾ ਜੰਮ ਪਏ, ਉਹ ਸਾਨੂੰ ਵਕਤ ਪਾਏਗਾ। ਜਦ ਹਰਨਾਕਸ਼ ਦੀ ਇਸਤਰੀ ਉਸ ਦੀ ਪਤਨੀ ਨੂੰ ਇੰਦਰ ਲਿਜਾ ਰਿਹਾ ਸੀ ਆਪਣੀ ਪੁਰੀ ਵਿੱਚ, ਰਸਤੇ ਵਿੱਚ ਨਾਰਦ ਮੁਨੀ ਮਿਲਿਆ। ਆਖਿਆ, ਇੰਦਰ, ਬੀਬੀ ਭੈਣ ਕੌਣ ਹੈ? ਕਹਿਣ ਲੱਗਾ ਵੀ ਇੰਜ ਗੱਲਬਾਤ ਹੈ, ਇਹਦੇ ਉਦਰ ਦੇ ਵਿੱਚ ਹਰਨਾਕਸ਼ ਦੈਨ ਦਾ ਬੱਚਾ ਪਲ ਰਿਹਾ, ਮੈਂ ਉਹਨੂੰ ਮਾਰਾਂਗਾ, ਉਹ ਜਨਮ ਲਏਗਾ। ਕਹਿੰਦੇ ਰਾਮ 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 ਰਾਮ, ਨਾਰਾਇਣ ਨਾਰਾਇਣ ਨਾਰਾਇਣ। ਇਹ ਇੰਦਰ, ਤੈਨੂੰ ਰੱਬ ਦੀ ਕੁਦਰਤ ਦਾ ਕੀ ਪਤਾ ਹੈ? ਇਸ ਦੇ ਉਦਰ ਤੋਂ ਭਗਵਾਨ ਦਾ ਭਗਤ ਪੈਦਾ ਹੋਵੇਗਾ, ਜੋ ਤੁਹਾਡੇ ਵਰਗੇ ਦੇਵਤਿਆਂ ਦੀ ਰੱਖਿਆ ਕਰੇਗਾ। ਇਸ ਬੀਬੀ ਨੂੰ ਛੱਡ ਦੇ। ਬੀਬੀ ਆਂਦੀ, ਬੇਇੱਜ਼ਤੀ ਨਹੀਂ ਕਰੀਦੀ, ਬੇਅਦਬੀ ਨਹੀਂ ਕਰੀਦੀ। ਬੱਚੇ, ਬਜ਼ੁਰਗ ਤੇ ਇਸਤਰੀ ਤੇ ਵਾਰ ਕਰਨਾ ਕੋਈ ਸੂਰਮਗਤੀ ਵਾਲੀ ਬਾਤ ਨਹੀਂ ਹੈ। ਇੰਦਰ ਨੇ ਨਾਰਦ ਮੁਨੀ ਦੀ ਗੱਲ ਮੰਨ ਕੇ ਪ੍ਰਹਿਲਾਦ ਦੀ ਮਾਤਾ ਨੂੰ ਛੱਡ ਦਿੱਤਾ। ਆਖਿਆ, ਬੀਬੀ ਹੁਣ ਤੂੰ ਕਿੱਥੇ ਜਾਏਂਗੀ? ਕਹਿੰਦੀ, ਜੀ ਮੇਰਾ ਤਾਂ ਕੋਈ ਘਰ-ਬਾਰ ਨਹੀਂ। ਕਹਿੰਦੇ, ਚੱਲ ਇਉਂ ਕਰ, ਸੰਤਾਂ ਦੇ ਆਸ਼ਰਮ ਤੇ ਰਹਿ ਤੂੰ ਸਾਡੇ ਨਾਲ। ਇੱਥੇ ਝਾੜੂ ਪੂੰਝਾ ਕਰਿਆ ਕਰ, ਸਵੇਰੇ ਸ਼ਾਮ ਸੰਗਤ ਕਰਿਆ ਕਰ। ਜਿੰਨਾ ਚਿਰ ਤੇਰਾ ਪਤੀ ਨਹੀਂ ਆਉਂਦਾ ਤੂੰ ਸਾਡੇ ਕੋਲ। ਧੀਆਂ ਵੀ ਤਾਂ ਮਾਪਿਆਂ ਦੇ ਘਰਾਂ 'ਚ ਰਹਿੰਦੀਆਂ ਨੇ, ਤੂੰ ਧੀ ਬਣ ਕੇ ਸਾਡੇ ਕੋਲ ਰਹਿ। ਜਦੋਂ ਤੇਰਾ ਪਤੀ ਤਪ ਕਰਕੇ ਆ ਜਾਵੇਗਾ ਫਿਰ ਤੂੰ ਆਪਦੇ ਘਰ ਚਲੀ ਜਾਵੀਂ। ਇਉਂ ਸੰਤਾਂ ਦੇ ਆਸ਼ਰਮ ਦੀ ਉਹ ਸੇਵਾ ਕਰਦੀ ਰਹੀ, ਝਾੜੂ ਪੂੰਝਾ ਕਰਦੀ ਰਹੀ, ਸਤ ਸੰਗਤ ਕਰਦੀ ਰਹੀ। ਤੋ ਪ੍ਰਹਿਲਾਦ ਭਗਤ ਜੀ ਨੇ ਜਨਮ ਤੋਂ ਪਹਿਲਾਂ ਹੀ ਨਾਰਦ ਮੁਨੀ ਦੇ ਆਸ਼ਰਮ ਤੇ ਸੰਤਾਂ ਦੀ ਸੰਗਤ ਵਿੱਚੋਂ ਰਾਮ ਨਾਮ ਦੀ ਪੜ੍ਹਾਈ ਪੜ੍ਹ ਲਈ ਸੀ। ਕਿਉਂਕਿ ਜੋ ਵੀ ਮਾਤਾ ਬੋਲਦੀ ਹੈ, ਕੰਨਾਂ ਰਾਹੀਂ ਸੁਣਦੀ ਹੈ, ਉਹ ਸਭ ਬੱਚਾ, ਕਿਉਂਕਿ ਅੰਦਰੋਂ ਜਿਉਂਦਾ ਹੁੰਦਾ ਹੈ, ਬੱਚਾ ਜਿਉਂਦਾ ਜਾਗਦਾ ਹੈ, ਉਹਨੂੰ ਸੁਣਦਾ ਵੀ ਹੈ, ਉਹਨੂੰ ਦਿਖਦਾ ਵੀ ਹੈ, ਉਹਦਾ ਦਿਮਾਗ ਵੀ ਕੰਮ ਕਰਦਾ ਹੈ। ਉਹ ਸਾਰਾ ਮਾਂ ਦੇ ਨਾਲ ਟੱਚ ਹੈ। ਜੋ ਕੁਛ ਮਾਂ ਕਰਦੀ, ਬੋਲਦੀ, ਸੁਣਦੀ ਹੈ, ਉਹ ਸਾਰਾ ਬੱਚੇ ਤੇ ਅਸਰ ਪੈਂਦਾ। ਮਾਂ ਦੇ ਰਾਹੀਂ ਸੰਗਤ ਕਰਦੇ ਆ, ਉਹਨੇ ਜਨਮ ਤੋਂ ਪਹਿਲਾਂ ਹੀ ਰਾਮ ਨਾਮ ਦ੍ਰਿੜ ਕਰ ਲਿਆ ਸੀਗਾ। ਇਸ ਪ੍ਰਕਾਰ ਉਹਦਾ ਗੁਰੂ ਨਾਰਦ ਮੁਨੀ ਹੋਇਆ, ਭਗਤ ਪ੍ਰਹਿਲਾਦ ਜੀ ਦਾ। ਇਸ ਲਈ ਕਹਿ ਰਹੇ ਨੇ ਕਿ ਆਪਣੇ ਗੁਰੂ ਨਾਰਦ ਮੁਨੀ ਦੇ ਉਪਦੇਸ਼ ਕਰਕੇ ਭਗਤ ਪ੍ਰਹਿਲਾਦ
ਪਰਮਾਤਮਾ ਦਾ ਨਾਮ ਉਚਾਰਨ ਕਰਦਾ ਸੀਗਾ। ਹਰ ਸੁਖ ਦਾਤਾ ਮੇਰੇ ਨਾਲਾ। ਸਤਿਗੁਰੂ ਜਿਹੜਾ ਮੇਰਾ ਨਾਰਦ ਮੁਨੀ ਹੈ, ਇਹ ਪੰਧ ਹੈ ਜੀ। ਇਹ ਪੰਧ ਹੈ ਜੀ ਮੇਰਾ ਸਤਿਗੁਰੂ ਨਾਰਦ ਮੁਨੀ ਜਾਂ ਸਤਿਗੁਰੂ ਪਰਮਾਤਮਾ ਮੇਰੀ ਪਾਲਣਾ ਕਰਦਾ ਹੈ। ਹਰ ਸੁਖ ਦਾਤਾ ਮੇਰੇ ਨਾਲਾ। ਉਹ ਸੁਖ ਦੇਣ ਵਾਲਾ ਪਰਮਾਤਮਾ ਸਦਾ ਹੀ ਮੇਰੇ ਨਾਲ ਸਦਾ ਅੰਗ ਸੰਗੇ ਭੰਗੰ ਬਿਪੋਤੇ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਉਹ ਮੇਰੇ ਹਮੇਸ਼ਾ ਹੀ ਨਾਲ ਹੈ। ਗੁਰੇ ਉਪਦੇਸਾ ਪ੍ਰਹਲਾਦ ਹਰਿ ਉਚਰੈ। ਇਸ ਪ੍ਰਕਾਰ ਆਪਣੇ ਗੁਰੂ ਨਾਰਦ ਮੁਨੀ ਦੇ ਉਪਦੇਸ਼ ਕਰਕੇ ਭਗਤ ਪ੍ਰਹਿਲਾਦ ਹਰੀ ਪਰਮਾਤਮਾ ਦਾ ਨਾਮ ਉਚਾਰਨ ਕਰਦਾ ਸੀ। ਸਾਸਨਾ ਤੇ ਬਾਲਕ ਗਮਨ ਕਰੈ। ਅਨੇਕ ਤਰ੍ਹਾਂ ਦੀ ਤਾੜਨਾ ਕਰਨ ਦੋਵੇਂ ਉਸ ਬੱਚੇ ਪ੍ਰਹਿਲਾਦ ਦੇ ਮਨ ਦੇ ਵਿੱਚ ਸ਼ੋਕ ਨਹੀਂ ਸੀ ਹੁੰਦਾ। ਉਹ ਬੱਚਾ ਪ੍ਰਹਿਲਾਦ ਆਪਣੇ ਮਨ ਦੇ ਵਿੱਚ ਸ਼ੋਕ ਨਹੀਂ ਕਰਦਾ ਸੀ, ਭਾਵ ਡਰਦਾ ਨਹੀਂ ਸੀ। ਵਿਸ਼ਰਾਮ ਦੇ ਕੇ ਫਰਮਾਨ ਕਰਦੇ ਨੇ। ਮਾਤਾ ਉਪਦੇਸੈ ਪ੍ਰਹਲਾਦ ਪਿਆਰੇ। ਪਿਆਰੇ ਪ੍ਰਹਿਲਾਦ ਭਗਤ ਨੂੰ ਉਸਦੀ ਮਾਤਾ ਵੀ ਸਿੱਖਿਆ ਸਮਝਾਉਂਦੀ ਹੈ ਕਿ ਹੇ ਪੁੱਤਰ ਪ੍ਰਹਿਲਾਦ, ਇਹ ਮੇਰੇ ਪਿਆਰੇ ਬੱਚੇ, ਪੁੱਤਰ ਰਾਮ ਨਾਮ ਛੋਟਾਓ। ਇਹ ਪੁੱਤਰ ਪ੍ਰਹਿਲਾਦ, ਤੂੰ ਰਾਮ ਪਰਮਾਤਮਾ ਦਾ ਨਾਮ ਜਪਣਾ ਛੱਡ ਦੇ। ਜੀਓ ਲਿਹੋ ਬਾਰੇ। ਕਿਉਂਕਿ ਤੇਰਾ ਪਿਓ, ਤੇਰਾ ਸਕਾ ਪਿਓ ਵੈਰੀ ਬਣ ਗਿਆ ਤੇ ਤੈਨੂੰ ਮਾਰ ਦੇਵੇਗਾ। ਜੇ ਤੂੰ ਰਾਮ ਨਾਮ ਛੱਡਣਾ ਛੱਡ ਦੇਵੇਂਗਾ ਤੇ ਆਪਣੀ ਜ਼ਿੰਦਗੀ ਨੂੰ ਬਚਾ ਲਵੇਂਗਾ। ਇਉਂ ਰਾਮ ਦਾ ਨਾਮ ਜਪਣਾ ਛੱਡ ਦੇ, ਆਪਣੀ ਜ਼ਿੰਦਗੀ ਨੂੰ ਬਚਾ ਲੈਣਾ ਕਰ। ਪ੍ਰਹਲਾਦ ਕਹੈ ਸੁਨਹੁ ਮੇਰੀ ਮਾਏ। ਇਹ ਸੁਣ ਕੇ ਅੱਗੋਂ ਪ੍ਰਹਿਲਾਦ ਭਗਤ ਜੀ ਕਹਿੰਦੇ ਕਿ ਹੇ ਮੇਰੀ ਮਾਤਾ, ਤੂੰ ਮੇਰੀ ਬੇਨਤੀ ਨੂੰ ਸੁਣ। ਰਾਮ ਨਾਮ ਨਾ ਛੋਟਾ ਗੁਰ ਦੀਆਂ ਬੁਝਾਏ। ਮੈਨੂੰ ਮੇਰੇ ਗੁਰੂ ਨਾਰਦ ਮੁਨੀ ਨੇ ਉਪਦੇਸ਼ ਸਮਝਾ ਦਿੱਤਾ ਹੈ ਕਿ ਤੂੰ ਸਦਾ ਰਾਮ ਨਾਮ ਜਪਣਾ ਹੈ। ਇਸ ਲਈ ਮੈਂ ਹੁਣ ਪਰਮਾਤਮਾ ਦਾ ਨਾਮ ਜਪਣਾ ਨਹੀਂ ਛੱਡ ਸਕਦਾ, ਕਿਉਂਕਿ ਰਾਮ ਨਾ ਛੋਡੋ ਗੁਰੈਗਾਰ। ਮੈਂ ਰਾਮ ਦਾ ਨਾਮ ਨਹੀਂ ਛੱਡਾਂਗਾ, ਮੇਰੇ ਗੁਰੂ ਨੂੰ ਗਾਲ ਜਾਵੇਗੀ। ਇਸ ਵਾਸਤੇ ਸੰਡਾ ਮਰਕਾ ਸਭ ਜਾਏ ਪੁਕਾਰੇ। ਉਸ ਵੇਲੇ ਦੈਂਤਾਂ ਦੇ ਗੁਰੂ ਸ਼ੁਕਰਾਚਾਰੀਏ ਦੇ ਪੁੱਤਰ ਸੰਡਾ ਮਰਕਾ ਤੇ ਹੋਰ ਵੀ ਸਾਰੇ ਦੈਂਤਾਂ ਨੇ ਆਪਦੀ ਚਮੜੀ ਬਚਾਉਣ ਲਈ ਵੀ ਸਾਨੂੰ ਹੀ ਨਾ ਕਿਤੇ ਹਰਨਾਕਸ਼ ਮਾਰ ਕੇ ਸਾਡਾ ਹੀ ਚੰਮ ਨਾ ਉਧੇੜ ਸੁੱਟੇ ਵੀ ਮੇਰੇ ਬੱਚੇ ਨੂੰ ਤੁਸੀਂ ਵਿਗਾੜਿਆ। ਉਹਨਾਂ ਪਹਿਲਾਂ ਹੀ ਜਾ ਕੇ ਸ਼ਿਕਾਇਤ ਠੋਕ ਦਿੱਤੀ। ਜਿਹੜੇ ਰਾਜਨੀਤਿਕ ਬੰਦੇ ਹੁੰਦੇ ਨੇ ਉਹ ਕਈ ਵਾਰ ਝੂਠੀਆਂ ਵੀ ਗੱਲਾਂ ਕਰਕੇ ਆਪ ਦਾ ਬਚਾਅ ਕਰਕੇ ਤੇ ਦੂਜੇ ਨੂੰ ਮਰਵਾ ਦਿੰਦੇ ਨੇ। ਇਉਂ ਉਹਨਾਂ ਨੇ ਆਪਣੇ ਬਚਾਓ ਲਈ ਕਿ ਹਰਨਾਕਸ਼ ਸਾਡੇ ਵੈਰ ਨਾ ਬਏ, ਸਾਰਾ ਦੈਂਤਾਂ ਨੇ ਹਰਨਾਕਸ਼ ਕੋਲ ਜਾ ਕੇ ਫਰਿਆਦ ਕੀਤੀ ਕਿ ਪ੍ਰਹਲਾਦ ਆਪ ਵਿਗੜਿਆ। ਇਹ ਹਰਨਾਕਸ਼ ਮੁੜ ਕੇ ਨਾ ਤਾਂ ਸਾਨੂੰ ਲਾਮਾ ਦੇਈ, ਅਸੀਂ ਤੈਨੂੰ ਸੱਚ ਦੱਸਦੇ ਹਾਂ, ਪਹਿਲਾਂ ਹੀ ਕਹਿ ਦਿੰਦੇ ਆ ਕਿ ਤੇਰਾ ਪੁੱਤਰ ਪ੍ਰਹਿਲਾਦ ਆਪ ਤਾਂ ਵਿਗੜਿਆ ਹੋਇਆ ਹੀ ਹੈ। ਸਭ ਚਾਟੜੇ ਵਿਗਾੜੇ। ਤੈਨੇ ਹੋਰ ਵੀ ਸਾਰੇ
ਚੇਲੇ ਵਿਦਿਆਰਥੀ ਵਿਗਾੜ ਦਿੱਤੇ ਨੇ। ਭਾਵ ਇਹ ਆਪ ਵੀ ਤੇਰੇ ਦੁਸ਼ਮਣ, ਵਿਸ਼ਨੂੰ ਦਾ ਨਾਮ ਜਪਦਾ ਰਹਿੰਦਾ ਤੇ ਹੋਰ ਵੀ ਚਾਟੜੇ ਸਟੂਡੈਂਟਸ ਉਸੇ ਦੀ ਭਗਤੀ ਕਰਨ ਵਿੱਚ ਲਾ ਦਿੱਤੇ ਨੇ। ਮੈਂ ਪਹਿਲਾਂ ਵੀ ਕਈ ਵਾਰ ਬੇਨਤੀ ਕੀਤੀ ਹੈ ਕਿ ਲੋਕ ਭਗਤਾਂ ਨੂੰ, ਸੰਤਾਂ ਨੂੰ, ਗੁਰਸਿੱਖਾਂ ਨੂੰ, ਜਿਹੜੇ ਗੁਰੂ ਘਰ ਆਉਂਦੇ ਨੇ, ਅੰਮ੍ਰਿਤ ਛਕ ਲੈਂਦੇ ਨੇ, ਉਹਨਾਂ ਨੂੰ ਵਿਗੜਿਆ ਹੋਇਆ ਬੋਲਦੇ ਨੇ। ਦੁਨੀਆ ਆਪ ਵਿਗੜੀ ਹੋਈ ਹੈ। ਮੈਨੂੰ ਮਾਫ ਕਰਨਾ, ਕਿਸੇ ਦਾ ਧੀ ਪੁੱਤ ਪੱਬਾਂ ਕਲੱਬਾਂ ਜਾ ਕੇ ਨਾਚ ਗਾਣਾ ਕਰੇ, ਇੱਥੋਂ ਤੱਕ ਡਰਿੰਕ ਵੀ ਕਰਨ ਲੱਗ ਪਏ, ਤੇ ਕਈ ਮਾਪੇ ਖੁਸ਼ ਹੁੰਦੇ ਨੇ ਵੀ ਸਾਡਾ ਪੁੱਤਰ ਜਵਾਨ ਹੋ ਗਿਆ। ਵੇਖੋ ਖੁਸ਼ੀਆਂ ਰੰਗ ਰਲੀਆਂ ਮਨਾਉਂਦਾ, ਮਤਲਬ ਵਿਗੜਿਆ ਹੋਇਆਂ ਨੂੰ ਕਹਿਣਗੇ ਕਿ ਇਹ ਤਾਂ ਖੁਸ਼ੀ ਮਨਾ ਰਿਹਾ, ਤੇ ਜੇ ਉਹ ਗੁਰੂ ਘਰ ਦੇ ਨਾਲ ਲਗਾਵ ਕਰੇ ਉਹਨੂੰ ਕਹਿੰਦੇ ਵਿਗੜ ਗਿਆ ਹੈ। ਬਿਗੜਿਓ ਕਬੀਰਾ ਰਾਮ ਦੁਹਾਈ, ਰਾਮ ਦੀ ਦੁਹਾਈ ਜੇ ਕਬੀਰ ਦੀ ਮਾਂ ਕਹਿੰਦੀ ਮੇਰਾ ਕਬੀਰ ਵਿਗੜ ਗਿਆ। ਸਾਹ ਚ ਪਇਓ ਕਤੇ ਨਾ ਜਾਈ, ਕਬੀਰ ਜੀ ਕਹਿੰਦੇ ਮੈਂ ਸੱਚ ਹੋ ਗਿਆ, ਹੁਣ ਮੈਂ ਹੋਰ ਕਿਤੇ ਨਹੀਂ ਜਾਵਾਂਗਾ, ਨਾ ਨਰਕ ਦੇ ਵਿੱਚ ਨਾ ਸਵਰਗ ਵਿੱਚ, ਮੈਂ ਪਰਮਾਤਮਾ ਦੇ ਵਿੱਚ ਅਭੇਦ ਹੋ ਗਿਆ। ਗੰਗਾ ਕੇ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਹੋਈ ਬਿਗਰੀ, ਸੋ ਸਲਤਾ ਗੰਗਾ ਹੋਈ ਨਿਬਰੀ। ਬਿਗੜਿਓ ਕਬੀਰਾ ਰਾਮ ਦੁਹਾਈ, ਸਾਚ ਪਇਓ ਅਨਕਤੇ ਨਾ ਜਾਈ ਰਹਾਓ। ਪਾਰਸ ਕੇ ਸੰਗ ਤਾਂਬਾ ਬਿਗੜਿਓ, ਸੋ ਤਾਂਬਾ ਕੰਚਨ ਹੋਈ ਨਿਬਰਿਓ। ਚੰਦਨ ਕੈ ਸੰਗ ਤਰਵਰ ਬਿਗੜਿਓ, ਸੋ ਤਰਵਰ ਚੰਦਨ ਹੋਏ ਨਿਬਰਿਓ। ਪਾਰਸ ਕੇ ਸੰਗ ਤਾਂਬਾ ਬਿਗੜਿਓ, ਸੋ ਤਾਂਬਾ ਕੰਚਨ ਹੋਏ ਨਿਬਰਿਓ। ਸੰਤਨ ਸੰਗ ਕਬੀਰਾ ਬਿਗੜਿਓ, ਸੋ ਕਬੀਰ ਰਾਮੈ ਹੋਏ ਨਿਬਰਿਓ। ਮਤਲਬ ਵਿਗੜ ਕੇ ਸੰਤ ਮਹਾਂਪੁਰਖ ਰੱਬ ਦਾ ਰੂਪ ਬਣ ਗਏ। ਦੁਨੀਆ ਦੀ ਬੋਲੀ ਹੈ ਕਿ ਫਲਾਣਾ ਵਿਗੜ ਗਿਆ, ਮਤਲਬ ਉਹਨੇ ਚੋਲਾ ਪਾ ਲਿਆ, ਉਹ ਬਾਬਾ ਬਣ ਗਿਆ, ਉਹਨੇ ਦਾੜੀ ਰੱਖ ਲਈ, ਉਹਦਾ ਤਾਂ ਵਿਆਹ ਨਹੀਂ ਹੋਣਾ ਜੀ, ਉਹ ਕਰੂਗਾ ਕੀ, ਉਹ ਤਾਂ ਭੁੱਖਾ ਮਰੂਗਾ ਜੀ। ਮੈਨੂੰ ਯਾਦ ਹੈ ਮੈਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਨਕੇ ਹਰ ਸਾਲ ਜਾਂਦਾ ਰਿਹਾ। ਰਾਜਗੜ੍ਹ ਬਰਨਾਲੇ ਰੋਡ ਤੇ, ਰਾਏਕੋਟ ਦੇ ਨਾਲ ਹੀ ਨੇ ਰਾਜਗੜ੍ਹ ਮਹਾਂਪੁਰਖਾਂ ਦੇ ਨਾਨਕੇ। ਉਹਨਾਂ ਦੇ ਨਾਨਕੇ ਪਰਿਵਾਰ ਵਿੱਚੋਂ ਸੰਤ ਗਿਆਨੀ ਮੋਹਨ ਸਿੰਘ ਜੀ ਜੋ ਹੈੱਡ ਗ੍ਰੰਥੀ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ, ਉਹਨਾਂ ਦੇ ਪਰਿਵਾਰ ਵਿੱਚੋਂ ਨੇ। ਉਹਨਾਂ ਦੇ ਭਰਾਵਾਂ ਨੇ ਬਚਨ ਸੁਣਾਇਆ ਕਿ ਅਸੀਂ ਤਾਂ ਪੈਲੀਆਂ ਵਿੱਚ ਜਾ ਕੇ ਹਲ ਵਾਹੁਣਾ, ਨੱਕੇ ਮੋੜਨੇ, ਖੂਹ ਗੇੜਨਾ, ਗੋਡੀ ਦੇਣੀ, ਇੰਨੇ ਬਾਬਾ ਬਣ ਕੇ ਚੌਂਕੜਾ ਮਾਰ ਕੇ ਬੈਠੇ ਰਹਿਣਾ, ਪਾਠ ਕਰਦੇ ਰਹਿਣਾ। ਅਸੀਂ ਕਹਿਣਾ ਤੂੰ ਭੁੱਖਾ ਮਰੂੰਗਾ, ਕੁਛ ਕਰਦਾ ਨਹੀਂ ਹੈ। ਪਰ ਮਹਾਂਪੁਰਖ ਬਾਬਾ ਗੁਰਬਚਨ ਸਿੰਘ ਦੀ ਸੰਗਤ ਹੋਈ। ਮੈਨੂੰ ਆਪ ਕਹਿੰਦਾ ਸੁਣਿਆ ਵੀ ਬਾਬਾ ਠਾਕੁਰ ਸਿੰਘ ਜੀ, ਮੈਂ ਦੁਨੀਆ 'ਚ ਕੋਈ ਸੰਤ ਮੰਨਦਾ ਤੁਹਾਨੂੰ। ਸਿੰਘਾਂ ਨੂੰ ਵੀ ਕਈ ਵਾਰੀ ਕਹਿਣਾ ਵੀ ਬਾਬੇ ਠਾਕੁਰ ਸਿੰਘ ਨੂੰ ਮੈਂ ਸੰਤ ਮੰਨਦਾ, ਤੇ ਉਹ ਆਪ ਮੇਰੇ ਘਰ ਮੈਨੂੰ ਮਿਲਣ ਆਉਂਦਾ, ਹੋਰ ਮੈਂ ਕਿਤੇ ਨਹੀਂ ਜਾਂਦਾ, ਨਾ ਜਾਣ ਦੀ ਲੋੜ ਹੈ। ਕਹਿਣਾ ਬਾਬਾ ਜੀ ਵੇਖੋ, ਤੁਹਾਨੂੰ ਰੱਬ ਨੇ ਸੰਤ ਬਣਾਤਾ, ਟਕਸਾਲ ਦਾ ਮੁਖੀ ਬਣਾਤਾ, ਤੇ ਸਾਨੂੰ ਵੀ ਗੁਰੂ ਰਾਮਦਾਸ ਨੇ ਇੱਧਰ ਆਪ ਦੇ ਚਰਨੀ ਲਾ ਲਿਆ, ਹੈਡ ਗ੍ਰੰਥੀ ਦੀ ਸੇਵਾ ਦੇ ਦਿੱਤੀ। ਮਤਲਬ ਜੋ ਪ੍ਰਾਣੀ ਕਾਹੂ ਨਾ ਆਵਦ ਕਾਮ, ਸੰਤ ਪ੍ਰਸਾਦ ਤਾਕੋ ਜਪੀਐ ਨਾਮ। ਜਿਹਨੂੰ ਲੋਕ ਵਿਗੜਿਆ ਕਹਿੰਦੇ ਨੇ, ਮਹਾਰਾਜ ਦੀ ਨਿਗਾਹ ਦੇ ਵਿੱਚ ਉਹ ਸੰਤ ਹੈ, ਭਗਤ ਹੈ। ਇਹ ਤਾਂ ਵਿਗੜ ਗਿਆ ਹੈ ਜੀ, ਸਾਰੇ ਵਿਦਿਆਰਥੀ ਵਿਗਾੜ ਦਿੱਤੇ ਨੇ। ਸਭ ਚਾਟੜੇ ਵਿਗੜੇ, ਸਭ ਵਿਦਿਆਰਥੀ ਪਾਠਸ਼ਾਲਾ ਹੀ ਇਹਨੇ ਪੂਰੀ ਦੀ ਪੂਰੀ ਵਿਗਾੜ ਦਿੱਤੀ ਹੈ, ਕਿਉਂਕਿ ਉਹ ਪੜ੍ਹਦੇ ਨਹੀਂ, ਰਾਮ 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 ਹੀ ਕਰਦੇ ਰਹਿੰਦੇ। ਦੁਸ਼ਟ ਸਭਾ ਮਹਿ ਮੰਤਰ ਪਕਾਇਆ, ਫਿਰ ਉਹਨਾਂ ਖੋਟੇ ਦੈਂਤਾਂ ਨੇ ਆਪਣੀ ਸਭਾ ਦੇ ਵਿੱਚ ਮਤਾ ਪਾਸ ਕੀਤਾ ਕਿ ਇਸ ਨੂੰ ਮਾਰ ਦਈਏ। ਪ੍ਰਹਲਾਦ ਕਾ ਰਾਖਾਂ ਹੋਏ ਰਗਰਾਇਆ, ਤੁਸੀਂ ਹੈਰਾਨ ਹੋਵੋਗੇ ਕਿ ਪਰ ਪਰਮਾਤਮਾ ਆਪ ਹੀ ਪ੍ਰਹਲਾਦ ਦਾ ਰਖਵਾਲਾ ਹੋਇਆ ਸੀ। ਹਾਥ ਖੜਗ ਕਰ ਤਾਇਆ ਅਤ ਅਹੰਕਾਰ, ਤਦੋਂ ਹਰਨਾਕਸ਼ ਅਤਿਅੰਤ ਹੰਕਾਰ ਕਰਕੇ ਤੇ ਹੱਥ ਵਿੱਚ ਖੜਗ ਨਾਮ ਖੰਡੇ ਦਾ ਖੜਗ ਨਾਮ ਤਲਵਾਰ ਲੈ ਕੇ ਪ੍ਰਹਿਲਾਦ ਨੂੰ ਮਾਰਨ ਲਈ ਦੌੜਿਆ। ਜੋ
ਥੰਮ ਤਪਾਇਆ ਸੀਗਾ, ਤੱਤਾ ਕੀਤਾ, ਕਹਿੰਦਾ ਜੱਫੀ ਪਾ। ਪ੍ਰਹਿਲਾਦ ਨੇ ਕੀੜੀ ਤੁਰਦੀ ਦੇਖੀ, ਸੋਚਿਆ ਵੀ ਕੀੜੀ ਤੱਤੇ ਥੰਮ ਦੇ ਕਿਵੇਂ ਤੁਰ ਸਕਦੀ ਹੈ, ਪਰਮਾਤਮਾ ਹੀ ਹੈ। ਜੱਫਾ ਪਾ ਲਿਆ। ਹਰਨਾਕਸ਼ ਦੀ ਕੋਈ ਵਾਹ ਪੇਸ਼ ਨਾ ਚੱਲੀ ਵੀ ਇਹਨੇ ਤਾਂ ਤੱਤੇ ਥੰਮ ਨੂੰ ਵੀ ਜੱਫੀ ਪਾ ਲਈ, ਇਹਨੂੰ ਕੁਛ ਵੀ ਨਹੀਂ ਹੋਇਆ। ਫਿਰ ਉਹਨੇ ਤਲਵਾਰ ਕੱਢੀ, ਕਹਿੰਦਾ ਦੱਸ ਕੌਣ ਸੋ ਤੇਰਾ ਹੈ ਉਸਤਾਦ ਜਿਹੜਾ ਤੇਰੀ ਰੱਖਿਆ ਕਰਦਾ, ਮੈਨੂੰ ਵੀ ਅੱਖਾਂ ਨਾ ਦਿਖਾ, ਮੈਂ ਦੇਖਣਾ ਚਾਹੁੰਦਾ ਹਾਂ। ਤੇ ਮੈਂ ਹੁਣ ਤੇਰਾ ਸਿਰ ਲਾ ਕੇ ਸੁੱਟ ਦਿਆਂਗਾ, ਜੇ ਤੇਰੇ ਰੱਖਿਆ ਕਰਨ ਵਾਲਾ ਮੇਰੇ ਸਾਹਮਣੇ ਆਏ ਮੈਂ ਉਹਦੇ ਨਾਮ ਹੀ ਦੋ ਹੱਥ ਕਰ ਲਵਾਂ। ਹਰ ਤੇਰਾ ਕਹਾਂ ਤੁਝ ਲਏ ਉਬਾਰ। ਤੇਰਾ ਜੋ ਹਰੀ ਹੈ ਪਰਮਾਤਮਾ ਹੈ, ਉਹਨੇ ਕਿਹਾ ਕਿ ਦੱਸ ਕਿੱਥੇ ਹੈ ਜੋ ਤੈਨੂੰ ਮੇਰੇ ਕੋਲੋਂ ਬਚਾ ਲਵੇ, ਕਿਉਂਕਿ ਹੁਣ ਮੈਂ ਤਲਵਾਰ ਨਾਲ ਤੇਰਾ ਹੋਣਾ ਹੀ ਗਲਾ ਵੱਢ ਸੁੱਟਾਂਗਾ। ਖਿਨ ਮਹਿ ਭਿਆਨ ਰੂਪ ਨਿਕਸੇ ਅਥਮ ਉਪਾੜ। ਤਾਂ ਤੁਸੀਂ ਹੈਰਾਨ ਹੋਵੋਗੇ, ਸੱਚ ਨਹੀਂ ਮੰਨੋਗੇ ਕਿ ਖਿਣ ਦੇ ਵਿੱਚ ਹੀ ਪਰਮਾਤਮਾ ਭਿਆਨਕ ਨਰਸਿੰਘ ਰੂਪ, ਜਿਹੜਾ ਧੜ ਸੀਗਾ ਉਹ ਬੰਦੇ ਦਾ ਸੀ ਤੇ ਸਿਰ ਸੀ ਸ਼ੇਰ ਬੱਬਰ ਦਾ, ਚੰਗਾ ਸੋਹਣਾ ਸਰੂਪ ਦਾੜੇ ਵਾਲਾ, ਉਹ ਧਾਰਨ ਕਰਕੇ ਥੰਮ ਨੂੰ ਪਾੜ ਕੇ ਹਰਨਾਕਸ਼ ਨੇ ਮੰਗਿਆ ਜੋ ਕਿ ਮੈਨੂੰ ਵੀ ਥੰਮ ਜੋ ਦਿਖਾ, ਤੇ ਆਖਿਆ ਮਹਾਰਾਜ ਥੰਮ ਜੋ ਦਰਸ਼ਨ ਦੇ, ਤਾਂ ਥੰਮ ਪਾੜ ਕੇ ਥੰਮ ਪਾੜ ਹਰ ਪ੍ਰਗਟਿਆ ਨਰਸਿੰਘ ਰੂਪ ਅਨੂਪ ਜੁਗਾਜ। ਭਾਈ ਗੁਰਦਾਸ ਜੀ ਨੇ ਲਿਖਿਆ, ਉਹਦੇ ਵਿੱਚੋਂ ਹੀ ਨਿਕਲ ਆਇਆ ਜਿਵੇਂ ਪੱਥਰ ਪਾੜ ਕੇ ਧੰਨੇ ਨੂੰ ਮਿਲਿਆ ਸੀ। ਹਰਨਾਕਸ਼ ਨਖੀ ਬਿਦਾਰਿਆ। ਉਸ ਪਰਮਾਤਮਾ ਨੇ ਨਰਸਿੰਘ ਰੂਪ ਦੇ ਵਿੱਚ ਦਹਲੀਜ਼ ਦੇ ਵਿੱਚ ਬੈਠ ਕੇ ਆਪਣੇ ਪੱਟਾਂ ਤੇ ਰੱਖ ਕੇ ਹਰਨਾਕਸ਼ ਨੂੰ ਆਪਣੇ ਨਹੁੰਆਂ ਦੇ ਨਾਲ ਚੀਰ ਸੁੱਟਿਆ। ਪ੍ਰਹਿਲਾਦ ਲੀਆਂ ਉਬਾਰ। ਆਪਣੇ ਪਿਆਰੇ ਭਗਤ ਪ੍ਰਹਿਲਾਦ ਨੂੰ ਬਚਾ ਲੈਣਾ ਕੀਤਾ ਸੀ। ਸੰਤ ਜਨਾ ਕੇ ਹਰ ਜੀਉ ਕਾਰਜ ਸਵਾਰੇ। ਹੇ ਭਾਈ ਗੁਰਮੁਖੋ, ਸੰਤ ਜਨਾਂ ਦੇ ਹਰੀ ਪ੍ਰਭੂ ਜੀ ਆਪ ਹੀ ਸਾਰੇ ਕੰਮ ਸਵਾਰਨਾ ਕਰਦਾ ਹੈ। ਪ੍ਰਹਿਲਾਦ ਜਨ ਕੇ ਕੀਹ ਕੁਲ ਉਦਾਰੇ। ਉਸ ਪ੍ਰਭੂ ਨੇ ਪ੍ਰਹਿਲਾਦ ਭਗਤ ਦੇ 21 ਕੁਲ ਤਾਰ ਦਿੱਤੇ ਸਨ। ਜਦ ਮਹਾਰਾਜ ਪ੍ਰਸੰਨ ਹੋਏ, ਆਖਿਆ ਪ੍ਰਹਿਲਾਦ ਮੰਗ ਕੀ ਮੰਗਦਾ? ਕਹਿੰਦਾ ਜੀ ਆਪ ਦੇ ਦਰਸ਼ਨ ਦਿੱਤੇ, ਹੋਰ ਕੀ ਮੰਗਣਾ? ਕਹਿੰਦੇ ਨਹੀਂ। ਕਹਿੰਦੇ ਮਹਾਰਾਜ ਮੇਰੇ ਪਿਓ ਨੂੰ ਤਾਰ ਦਿਓ, ਕਿਉਂਕਿ ਆਖਰ ਹੈ ਤਾਂ ਮੇਰਾ ਪਿਓ ਹੀ ਹੈ ਨਾ, ਮਾੜਾ ਸੀ ਚੰਗਾ ਸੀ, ਪਿਓ ਤਾਂ ਪਿਓ ਹੀ ਹੁੰਦਾ ਮਹਾਰਾਜ। ਤੇ ਮਹਾਰਾਜ ਕਹਿੰਦੇ ਤੂੰ ਮੰਗ ਵੀ ਲਿਆ, ਮੰਗਿਆ ਵੀ ਕੁਛ ਨਹੀਂ, ਮੈਂ ਤਾਂ ਤੇਰੇ ਕਹਿਣ ਤੋਂ ਪਹਿਲਾਂ ਹੀ ਤੇਰੀਆਂ ਕੀ ਕੁੱਲਾਂ ਤਾਰ ਦਿੱਤੀਆਂ, 7 ਨਾਨਕਿਆਂ ਦੀਆਂ, 7 ਦਾਦਕਿਆਂ ਦੀਆਂ, 7 ਸਹੁਰੇ ਪਰਿਵਾਰ ਦੀਆਂ। ਇੱਕ ਪ੍ਰਹਿਲਾਦ ਜਾਂ ਇੱਕ ਈਸ਼ਵਰ ਨੇ ਪ੍ਰਹਿਲਾਦ ਦੀਆਂ ਸਾਰੀਆਂ ਕੁੱਲਾਂ ਉਧਾਰ ਦਿੱਤੀਆਂ। ਗੁਰ ਕਾ ਸ਼ਬਦ ਹਉ ਮੈਂ ਬਿਖ ਮਾਰੇ। ਕਿਉਂਕਿ ਸੰਤ ਜਨਾਂ ਨੇ ਗੁਰਾਂ ਦੇ ਉਪਦੇਸ਼ ਕਰਕੇ ਜ਼ਹਿਰ ਰੂਪ ਹੰਗਤਾ ਮਮਤਾ ਨੂੰ ਮਾਰਿਆ, ਜਾਂ ਹੰਗਤਾ ਮਮਤਾ ਤੇ ਜ਼ਹਿਰ ਰੂਪ ਵਿਸ਼ੇ ਮਾਰੇ ਨੇ। ਨਾਨਕ ਰਾਮ ਨਾਮ ਸੰਤ ਨਿਸਤਾਰੇ। ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਨੇ, ਗੁੱਸਾ ਨਾ ਕਰਿਓ ਵੀ ਕਹਾਣੀਆਂ ਪਾ ਕੇ ਬਹਿ ਗਏ ਗੁਰਬਾਣੀ ਦੀ ਕਥਾ ਦੇ ਵਿੱਚ। ਇਹ ਕਹਾਣੀਆਂ ਸ਼ਰਧਾ ਸੰਯੁਕਤ ਨੇ। ਇਹ ਸੁਣਾਉਣ ਦਾ ਮਤਲਬ ਇਹ ਹੈ ਕਿ ਪਰਮਾਤਮਾ ਦੇ ਨਾਮ ਸਿਮਰਨ ਨੇ ਅਨੇਕਾਂ ਹੀ ਸ਼ਾਂਤ ਚਿਤ ਮਹਾਤਮਾ ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ ਹਰਨਾਕਸ਼ ਨਖ ਬਿਦ ਰਹੇ ਸੰਸਾਰ ਸਮੁੰਦਰ ਤੋਂ ਤਾਰ ਦਿੱਤੇ ਨੇ। ਤੁਸੀਂ ਵੀ ਨਾਮ ਜਪੋਗੇ, ਤੁਸੀਂ ਵੀ ਤਰ ਜਾਓਗੇ। ਮਹਾਰਾਜ ਕਿਰਪਾ ਕਰੇਗਾ। ਭੁੱਲਾਂ ਚੁੱਕਾ ਖਿਮਾ ਕਰੋ ਜੀ, ਅੱਗੇ ਤੋਂ ਸੁਮਤ ਬਖਸ਼ੋ। ਗੁਰ ਕਾ ਸ਼ਬਦ ਹਉ ਮੈਂ ਬਿਖ ਮਾਰੇ। ਨਾਨਕ ਰਾਮ ਨਾਮ ਸੰਤ ਨਿਸਤਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ
ਸਤਿਗੁਰ ਪ੍ਰਸਾਦਿ ਆਨੰਦ ਭਇਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੇ ਆਈਆਂ। ਸ਼ਬਦੋ ਤਗਾਵੋ ਹਰੀ ਕੇ ਰਾਮਨ ਜਿਨੇ ਬਸਾਇਆ। ਕਹਿ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ।